रंच पछान। श्री गुरु ग्रंथ साहिब भयो कलयुग रूप महान। 10 पातशाहियां रूप एहो निश्चय करके जान। हजूर सच्चे पातशाह महाराज साहिब जी दी पावन पवित्र हजूरी अंदर जुड़ बैठी गुरु बाणी दा गुरु संगत दा रस मान रही सत्कारत साजी अर निवाजी गुरु प्यारी गुरु खालसा साध संगत जीओ। कहो नानक ताके पूर क्रमा जाका गुर चरनी मन लागा। उत्तम भागां वाले हो दशमेश पिता साहिबे कमाल अमृत के दाते पंथ दे वाली पुत्रां दे दानी सतगुरु धन 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 साहिब श्री गुरु गोबिंद सिंह जी महाराज। हक हक आईना गुर गोबिंद सिंह खालसो बेकीना गुर गोबिंद सिंह। सच स्वरूप परमात्मा दे विच अभेदता पाउण वाले प्रभु स्वरूप साहिबे कमाल सतगुरु महाराज साहिब जी दे पावन चरण छोह अस्थान तख्त श्री केसगढ़ साहिब जी जिस पावन जगह ते धरती ते हजूर ने अपना प्यारा खास स्वरूप खालसा पंथ साजिया और निवाजिया। दया हुई अकाल की धर्म प्रगट हुआ। हिम्मत करके मोह नू तोड़िया साहिबे कमाल का दर्शन हुआ। जिथे दया भी उपजी धर्म भी प्रगट होया हिम्मत भी आई शरीरां दा संसार दा मोह भी टुटा ते परमात्मा की प्राप्ति का सखाला राह भी दर्शाया। ये सारे ही गुण इस स्थान ते मेरे चोजी प्रीतम पातशाह जी ने भरे। तो ऐसे पावन स्थान दे दर्शन दीदार करते हुए आप जी नवां साल मनाउंदे होए ते नाल दी नाल चेत महीने दी संक्रांत दा पावन दिहाड़ा मनावदियां गुरु चरनां विच बैठ करके आनंद मान रहे हो। चित्त है चित्त समाए तां होवै रंग कणा। हरिहां चंचल चोर है मार तां पावै सच तना। चित गुरु के चेते विच मिल जावे एकमिक हो जावे तां घना आनंद प्राप्त हुंदा है। चेत गोविंद आराधीऐ होवै आनंद घना। अज दे संग्रांत दे दिहाड़े ते महाराज उपदेश दे रहे ने गोविंद वाहिगुरु दी आराधना करिए। संत हो हर 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 आराध हो। ये जीवन वाहिगुरु की आराधना वास्ते मिलिया है। दंभियां पखंडियां की आराधना वास्ते नहीं कन्नां विच मंत्र लैण वास्ते नहीं फूकां मरवाउण वास्ते नहीं मिलिया। कबरां सरवरां ते ढोल ढमक्के वजाउण वास्ते नहीं मिलिया। आराधना आराधन नीका हर हर नाम आराधना। त्यागना त्यागन नीका काम क्रोध लोभ मोह त्यागना। लागना लागन नीका। मन नूं लाउणा है तां कित्थे लाइए। सब तो उत्तम लाउण वाला समा ते जगह किहड़ी है जिथे मन नूं लाइए ते टिकाईए। तो महाराज कहते लागना लागन नीका गुर चरनी मन लागना। तो
ਤੋ ਗੁਰੂ ਦੇ ਚਰਨਾਂ ਵਿੱਚ ਮਨ ਜੁੜ ਜਾਵੇ ਭਾਈ। ਰੇ ਮਨ ਮੇਰੇ ਤੂੰ ਹਰਿ ਸਿਉ ਜੋਰ, ਕਾਜ ਤੁਹਾਰੈ ਨਾਹੀ ਹੋਰ। ਹੋਰ ਕਿਤੇ ਜੁੜਨ ਦਾ ਤੇਰਾ ਕੰਮ ਨਹੀਂ ਹੈ, ਵਾਹਿਗੁਰੂ ਨਾਲ ਜੁੜ। ਕਿਉਂਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਸਮਾਂ ਬੜਾ ਕੀਮਤੀ ਹੈ। ਸਾਲਾਂ ਦੇ ਸਾਲ ਆਪਣੀ ਜ਼ਿੰਦਗੀ ਵਿੱਚੋਂ ਗੁਰਮੁਖੋਂ ਲੰਘਦੇ ਜਾ ਰਹੇ ਨੇ। ਅੱਜ ਨਵਾਂ ਸਾਲ ਪ੍ਰਾਰੰਭ ਹੋਇਆ ਹੈ ਨਾ ਗੁਰਮਤਿ ਦਾ, ਸਤਿਗੁਰਾਂ ਦੀ ਬਾਣੀ ਦਾ, ਚੇਤਰ ਦੇ ਮਹੀਨੇ ਤੋਂ, ਜਿਸ ਨੂੰ ਆਪਾਂ 556 ਨਾਨਕਸਾਈ ਸਾਲ ਵੀ ਕਹਿੰਦੇ ਹਾਂ। ਕੋਈ ਆਪਣਾ ਹਿਜਰੀ ਸਾਕਾ ਮਨਾਉਂਦਾ ਹੈ ਮੁਸਲਮਾਨ, ਈਸਾਈ ਲੋਕ ਈਸਾ ਮਸੀਹ ਦੇ ਦਿਨ ਨੂੰ ਮੁੱਖ ਰੱਖ ਕਰਕੇ ਈਸਵੀ ਸਾਲ ਮਨਾਉਂਦੇ ਨੇ। ਇਸੇ ਤਰ੍ਹਾਂ ਸਾਧ ਸੰਗਤ ਜੀ ਹਿੰਦੂ ਲੋਕ ਬਿਕਰਮਾ ਦੱਤ ਦੀ ਬਿਕਰਮੀ ਨੂੰ ਮੁੱਖ ਰੱਖ ਕਰਕੇ ਸੰਮਤ ਬਿਕਰਮੀ ਮਨਾਉਂਦੇ ਨੇ। ਖਾਲਸਾ ਪੰਥ ਆਪਣਾ ਦਿਨ ਜੋ ਅੱਜ ਤੋਂ ਗੁਰਬਾਣੀ ਵਿੱਚ ਪ੍ਰਾਰੰਭ ਸਾਲ ਹੁੰਦਾ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਤੁਖਾਰੀ ਰਾਗ ਦੇ ਵਿੱਚ 12 ਮਹੀਨਿਆਂ ਦਾ ਜਦੋਂ ਜ਼ਿਕਰ ਕੀਤਾ ਹੈ ਤਾਂ ਚੇਤ ਦੇ ਮਹੀਨੇ ਤੋਂ ਹੀ ਪ੍ਰਾਰੰਭਤਾ ਕੀਤੀ ਹੈ। ਜੇ ਗੁਰਮੁਖੋ ਜਨਵਰੀ ਤੋਂ ਹੁੰਦੀ ਤਾਂ ਮਹਾਰਾਜ ਉਸੇ ਮਹੀਨੇ ਤੋਂ ਕਰ ਦਿੰਦੇ, ਪਰ ਸਤਿਗੁਰਾਂ ਨੇ ਜੋ ਮਾਰਚ ਦੀ ਸੰਗਰਾਂਦ ਈਸਵੀ ਅਨੁਸਾਰ ਬਣਦੀ ਹੈ ਤੇ ਗੁਰਮਤਿ ਦੇ ਅਨੁਸਾਰ ਜੋ ਚੇਤਰ ਦੀ ਸੰਗਰਾਂਦ ਹੈ, ਤੋ ਇਸ ਤੋਂ ਪ੍ਰਾਰੰਭਤਾ ਕੀਤੀ ਹੈ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੁੱਲੇ ਮੰਝ ਬਾਰ ਮੈਂ ਫਿਰ ਘਰ ਬਾਹੁੜੈ, ਫਿਰ ਘਰ ਨਹੀਂ ਆਵੈ ਮਰੀਐ ਹਾਵੈ, ਬਿਰਹਿ ਵਿਰੋਧ ਤਨ ਛੀਜੈ। ਤੋ ਕੋਕਿਲ ਅੰਬ ਸੁਹਾਵੀ ਬੋਲੇ ਕਿਉਂ ਕਰ ਅੰਕ ਸਹੀਜੈ। ਤੋ ਇਹ ਤੁਖਾਰੀ ਰਾਗ ਵਿੱਚ ਚੇਤਰ ਮਹੀਨੇ ਦੁਆਰਾ ਮਹਾਰਾਜ ਜੀ ਨੇ ਬਚਨ ਕਹੇ ਨੇ। ਤੋ ਇਸ ਕਰਕੇ ਗੁਰਮੁਖੋ ਇਹ ਸਮਾਂ ਬਹੁਤ ਦੁਰਲੱਭ ਹੈ। ਅਚੇਤ ਮੂੜਾ ਨਾ ਜਨੰਤ ਘਟੰਤ ਸਾਸਾ ਨਿਤ ਪ੍ਰਤੇ। ਮੂਰਖ ਨਹੀਂ ਜਾਣਦਾ ਕਿ ਇਹ ਸਵਾਸ ਹਰ ਰੋਜ਼ ਘਟਦੇ ਜਾ ਰਹੇ ਨੇ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਮਨ ਵਿਦ ਕੀਜੈ। ਸੋ ਦਿਨ ਆਮਨ ਲਾਗਾ, ਉਹ ਦਿਨ ਨੇੜੇ ਆਉਂਦਾ ਜਾ ਰਿਹਾ ਹੈ। ਪਾੜੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਨ। ਤੋ ਨਾਮ ਜਪਨ ਕੋ ਜਿਹਵਾ ਦੀਨੀ, ਹਰ ਦਰਸ਼ਨ ਕੋ ਅੱਖੀ। ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੇ ਲੱਖੀ। 24,000 ਸਵਾਸ ਬੰਦੇ ਕੇ, ਆਮਦ ਮੂਲ ਨਾ ਥੀਵੈ। ਜਿਸ ਬੰਦੇ ਨੂੰ ਇਤਨਾ ਘਾਟਾ, ਸੋ ਬੰਦਾ ਕਿਉਂ ਜੀਵੈ। 24 ਘੰਟਿਆਂ ਦਾ 24,000 ਦਾ ਘਾਟਾ ਜਿਹਨੂੰ ਪਵੇ ਨਾ, ਉਹਨੂੰ ਤਾਂ ਹਾਰਟ ਅਟੈਕ ਹੋ ਜਾਂਦਾ ਹੈ, ਨੀਂਦ ਨਹੀਂ ਆਉਂਦੀ। ਤੇ ਬੰਦਿਆ ਤੈਨੂੰ 24,000 ਦਾ ਘਾਟਾ ਪੈ ਰਿਹਾ, ਅਜੇ ਵੀ ਤੈਨੂੰ ਚੇਤਨਤਾ ਹੀ ਨਹੀਂ, ਅਜੇ ਵੀ ਕੋਈ ਸੁਚੇਤ ਨਹੀਂ। ਉਹ ਮਾਇਆ ਤਾਂ ਫਿਰ ਵੀ ਮਿਲ ਜਾਂਦੀ ਹੈ। ਜੇ 24,000 ਗਵਾਚ ਵੀ ਜਾਵੇ ਤਾਂ ਕਮਾ ਕੇ ਬੰਦਾ ਫਿਰ ਇਕੱਠੀ ਕਰ ਲਵੇਗਾ, ਲੇਕਿਨ ਇਹ ਸਵਾਸ ਨਹੀਂ ਮੁੱਲ ਮਿਲ ਸਕਦੇ। ਇਹਨਾਂ ਨੂੰ ਇਕੱਠੇ ਦੁਬਾਰਾ ਨਹੀਂ ਤੂੰ ਕਰ ਸਕਦਾ। ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਾਵਾਵਤ, ਕਾਮ ਨਾਹੀ ਗਾਵਾਰੀ। ਸਾਕਤ ਮਨਮੁਖ ਦੀ ਉਮਰ ਗਵਾਰ ਪੁਣੇ ਵਿੱਚ ਹੀ ਵਿਅਰਥ ਜਾ ਰਹੀ ਹੈ। ਕੋਈ ਨਸ਼ਿਆਂ ਦੇ ਵਿੱਚ, ਕੋਈ ਨਾਟਕਾਂ ਚੇਟਕਾਂ ਦੇ ਵਿੱਚ, ਕੋਈ ਫੇਸਬੁੱਕ ਦੇ ਉੱਤੇ ਸਾਧ ਸੰਗਤ ਜੀ
ਕੋਈ ਡਰਾਮਿਆਂ ਦੇ ਵਿੱਚ, ਕੋਈ ਨੱਚਣ ਟੱਪਣ ਦੇ ਵਿੱਚ, ਕੋਈ ਰਾਗ ਰੰਗਾਂ ਦੇ ਵਿੱਚ। ਆ ਜਗ ਮਿੱਠਾ ਗਲਾ ਕਿਨ ਡਿੱਠਾ, ਖਾਓ ਪੀਓ ਹੰਡਾਓ ਐਸ ਲਾਓ। 4 ਦਿਨ ਦੀ ਮੌਜ ਮਸਤੀ ਹੈ, ਸਦਾ ਰਹਿਣਾ ਨਹੀਂ। ਇਹ ਵੀ ਪਤਾ ਹੈ ਕਿ ਸਦਾ ਰਹਿਣਾ ਨਹੀਂ, ਤੇ ਜਦੋਂ ਅੱਗੇ ਜਾਵੇਂਗਾ ਫਿਰ ਕੀ ਮੂੰਹ ਦਿਖਾਵੇਂਗਾ। ਚੱਲੇ ਜੁਆਰੀ ਦੋਏ ਹੱਥ ਝਾੜ, ਹੁਣ ਵੱਧੈ ਹਰ ਨਾਮ ਨਾ ਬੀਜਿਓ। ਅੱਗੇ ਭੁੱਖਾ ਕਿਆ ਖਾਏ, ਮਨ ਮੁਖਾਂ ਨੂੰ ਫਿਰ ਜਨਮ ਹੈ, ਨਾਨਕ ਹਰ ਪਾਏ। ਫਿਰ ਕੁੱਤਿਆਂ ਬਿੱਲਿਆਂ ਕਾਵਾਂ ਸੂਰਾਂ ਦੀ ਜੂਨਾਂ ਵਿੱਚ ਹੀ ਭਟਕਣਾ ਪਵੇਗਾ ਨਾ। ਕੂਕਰੈ ਸੂਕਰੈ ਕਰਦਵੈ ਕਾਕੈ, ਸਰਪਨੈ ਤੁਲ ਖਲੈ। ਤੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਖਤ ਕੀ ਅਵਰਦਾ ਜਾਏ ਬਿਰਥਾਰੀ, ਵਿਅਰਥ ਜਾ ਰਹੀ ਹੈ। ਨਾਮ ਵਿਹੂਣ ਸੂਨੇ ਮੁਖ ਭਾਗ, ਬਿਨ ਭਰਤਾ ਨਾਹੀ ਸੁਹਾਗ। ਜੇ ਪਤੀ ਹੀ ਨਹੀਂ ਤਾਂ ਸੁਹਾਗਣ ਕਾਹਦੀ ਹੈ, ਫਿਰ ਕਾਹਦਾ ਸੁਹਾਗ ਹੈ ਘਰ ਵਿੱਚ ਜੇ ਪਤੀ ਹੀ ਨਹੀਂ ਕੋਲ, ਜਾਂ ਪਤੀ ਹੀ ਤਿਆਗ ਗਿਆ, ਦੂਰ ਚਲਾ ਗਿਆ। ਬਿਨ ਭਰਤਾ ਨਾਹੀ ਸੁਹਾਗ, ਨਾਮ ਵਿਹੂਣ ਸੁਨੇ ਮੁਖ ਭਾਗ। ਨਾਮ ਤੋਂ ਬਿਨਾਂ ਰਸਨਾ ਵੀ ਸੁੰਝੀ ਹੈ, ਨਾਮ ਤੋਂ ਬਿਨਾਂ ਮੂੰਹ ਵੀ ਰੰਡਾ ਹੈ, ਰਸਨਾ ਵੀ ਰੰਡੀ ਹੈ। ਮਹਾਰਾਜ ਦੇ ਕਹਿਣ ਤੋਂ ਭਾਵ ਤੋ ਇਸ ਕਰਕੇ ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁੰਝੀ ਦੇਹ ਫਿਰਹਿ ਬਿਨ ਨਾਵੈ, ਕੋਈ ਖੱਪ ਖੱਪ ਮੋਇ ਕਰਾਂਝਾ। ਦੇ ਅੰਧਾਰੀ ਅੰਧ ਸੁੰਝੀ ਨਾਮ ਵਿਹੂਣੀਆਂ। ਅੰਧੀ ਦੇ ਨਾਮ ਤੋਂ ਬਿਨਾਂ ਸੁੰਝੀ ਹੈ, ਕਿਸੇ ਵੀ ਕੰਮ ਨਹੀਂ। ਸਗੋਂ ਇਹਦੇ ਨਾਲੋਂ ਤਾਂ ਹਜ਼ੂਰ ਪਾਤਸ਼ਾਹ ਜੀ ਕਹਿੰਦੇ ਨੇ ਪਸ਼ੂ ਵੀ ਚੰਗੇ ਨੇ ਭਾਈ, ਪੰਛੀ ਵੀ ਚੰਗੇ ਨੇ। ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਪਸ਼ੂ ਮਿਲੈ ਚੰਗਿਆਈਆਂ, ਉਹਨਾਂ ਨੂੰ ਵੀ ਵਡਿਆਈਆਂ ਮਿਲ ਰਹੀਆਂ, ਉਹਨਾਂ ਨੂੰ ਵੀ ਚੰਗੇ ਕਿਹਾ ਜਾ ਰਿਹਾ ਹੈ। ਪਸ਼ੂਆਂ ਦਾ ਤਾਂ ਗੋਬਰ ਵੀ ਕੰਮ ਆ ਜਾਂਦਾ, ਬੰਦਿਆ ਤੇਰੀ ਤਾਂ ਦੇਹੀ ਵੀ ਕੰਮ ਨਹੀਂ ਆਉਂਦੀ। ਉਹਨਾਂ ਦਾ ਤਾਂ ਗੋਹਾ ਵੀ ਕੰਮ ਆ ਜਾਂਦਾ ਹੈ। ਤੂੰ ਕਹਿੰਦਾ ਮੈਂ ਬੜਾ ਸੋਹਣਾ ਹੈ, ਬੜਾ ਫੈਸ਼ਨ ਬਣਾ ਦੱਸਦਾ ਹੈ। ਤੋ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇਹ। ਨਾਮ ਵਿਹੂਣੇ ਆਦਮੀ, ਧ੍ਰਿਗ ਜੀਵਨ ਕਰਮ ਕਰੇ। ਪਸ਼ੂ ਨੂੰ ਤਾਂ ਧ੍ਰਿਗ ਨਹੀਂ ਕਿਹਾ ਮਹਾਰਾਜ ਜੀ ਨੇ, ਪਰ ਜਿਹੜੇ ਬੰਦੇ ਨਾਮ ਤੋਂ ਵਿਹੂਣੇ ਨੇ ਨਾ, ਭਾਉ ਭਗਤੀ ਗੁਰਮਤ ਤੋਂ ਦੂਰ, ਉਹਨਾਂ ਨੂੰ ਮਹਾਰਾਜ ਜੀ ਨੇ ਕਿਹਾ ਧ੍ਰਿਗ ਕਰਮ ਕਰਦੇ ਨੇ। ਧ੍ਰਿਗਾਕਾਰ ਹੈ ਉਹਨਾਂ ਦੇ ਕੰਮ ਕਰਮ ਕਰਨ ਨੂੰ। ਭਾਵੇਂ ਉਹ ਦੁਕਾਨਦਾਰੀ ਕਰਦੇ ਨੇ, ਕੋਈ ਵੀ ਕੰਮ ਕਰਦੇ ਨੇ, ਉਹਨਾਂ ਦੇ ਕਰਮਾਂ ਨੂੰ ਧ੍ਰਿਗ ਹੈ ਭਾਈ। ਤੋ ਇਸ ਕਰਕੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਨਾਮ ਵਿਸਾਰ ਖੁਆਰੀ ਕੀਨੀ, ਧ੍ਰਿਗ ਜੀਵਨ ਨਹੀਂ ਰਹਿਣਾ। ਉਸ ਜੀਵਨ ਨੂੰ ਧ੍ਰਿਗਾਕਾਰ ਮਹਾਰਾਜ ਨੇ ਵਾਰ-ਵਾਰ ਇਸ ਤਰ੍ਹਾਂ ਦੇ ਬਚਨ ਗੁਰਬਾਣੀ ਦੇ ਵਿੱਚ ਸਾਧ ਸੰਗਤ ਜੀ ਕੀਤੇ ਨੇ। ਤੋ ਸਾਖਤ ਕੀ ਅਵਰਦਾ ਜਾਏ ਬਿਰਥਾਰੀ, ਜੈਸੇ ਕਾਗਦ ਕੇ ਭਾਰ। ਮੂਸਾ ਟੂਕ ਗਾਵਾਵਤ, ਕਾਮ ਨਾਹੀ ਗਾਵਾਰੀ। ਉਹਨੂੰ ਗਵਾਰ ਨੂੰ ਇਹ ਨਹੀਂ ਪਤਾ ਕਿੰਨੇ ਕੀਮਤੀ ਕਾਗਜ਼ ਨੇ ਦਫ਼ਤਰ ਦੇ, ਫਾਈਲਾਂ ਦੇ, ਇਹ ਰਜਿਸਟਰੀਆਂ ਦੇ, ਇਹ ਸਰਟੀਫਿਕੇਟ ਕਿੰਨੇ ਕੀਮਤੀ ਨੇ। ਉਹ ਟੁੱਕ ਟੁੱਕ ਕੇ ਸਾਧ ਸੰਗਤ ਜੀ ਕੁਤਰ ਕੇ ਨਿੱਕੇ ਨਿੱਕੇ ਟੁਕੜੇ ਕਰ ਦਿੰਦਾ ਹੈ। ਇਸ ਤਰ੍ਹਾਂ ਇਸ ਮਨੁੱਖ ਨੂੰ ਨਹੀਂ ਪਤਾ ਹੈ ਜਿਹੜੇ ਸਵਾਸ ਨੇ ਕਿੱਡੇ ਕੀਮਤੀ ਨੇ। ਮਨਮਤ ਦੇ ਕੁਹਾੜੇ ਦੇ ਨਾਲ ਜਾਂ ਮਨਮਤ ਦੇ ਦੰਦਾਂ ਦੇ ਨਾਲ ਇਹਨਾਂ ਨੂੰ ਕੁਸੰਗਤ ਵਿੱਚ ਲਾ ਕੇ ਕੁਤਰੀ ਜਾ ਰਿਹਾ ਹੈ, ਖਰਾਬ ਕਰੀ ਜਾ ਰਿਹਾ ਹੈ। ਕਬੀਰ ਏਕ ਅਚੰਭੋ ਦੇਖਿਆ, ਹੀਰਾ ਹਾਟ ਵਿਕਾਏ। ਬਣਜਨ ਹਾਰੇ ਬਾਹਰਾ, ਕੌਡੀ ਬਦਲਿਆ ਜਾਏ। ਬਣਜਨ ਹਾਰੇ ਵਪਾਰ ਕਰਨ ਵਾਲੇ ਜਿਹੜੇ ਨਾਮ ਦਾ ਵਪਾਰ ਕਰਦੇ ਨੇ, ਹਰ ਕੇ ਨਾਮ ਕੇ ਵਿਆਪਾਰੀ। ਗੁਰਮੁਖ ਜਨ, ਸੰਤ ਜਨ, ਗੁਰਸਿੱਖ, ਨਿਤਨੇਮੀ, ਰਹਿਤ ਵਿੱਚ ਪ੍ਰਪੱਕ, ਗੁਰੂ ਕੀ ਸੰਗਤ ਕਰਨ ਵਾਲੇ, ਉਹ ਵਪਾਰੀਆਂ ਤੋਂ ਬਿਨਾਂ ਇਹ ਕੌਡੀ ਬਦਲਿਆ ਜਾਏ। ਉਹਨਾਂ ਨੇ ਇਹਦਾ ਮੁੱਲ ਜਾਣ ਲਿਆ।
ਉਹਨਾਂ ਤੋਂ ਬਿਨਾਂ ਮਨਮੁਖਾਂ ਦਾ ਇਹ ਜਨਮ ਹੀਰਾ ਕੌਡੀ ਦੇ ਬਦਲੇ ਚਲਿਆ ਜਾ ਰਿਹਾ, ਵਿਅਰਥ ਚਲਿਆ ਜਾ ਰਿਹਾ। ਸਾਲਾਂ ਦੇ ਸਾਲ ਬਤੀਤ ਹੋ ਜਾਂਦੇ, ਫਿਰ ਵੀ ਬੰਦੇ ਨੂੰ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਨੇਹੋ ਨਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹਿ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਚੇਤ ਗੋਬਿੰਦ ਅਰਾਧੀਐ, ਹੋਵੇ ਆਨੰਦ ਘਣਾ। ਛਿਨ ਛਿਨ ਔਧ ਬਿਹਾਤ ਹੈ, ਫੂਟੇ ਘਟ ਜੋ ਪਾਨੀ। ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ। ਫੜ ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ। ਸੋ ਕਿਵੇਂ ਨਾ ਸਕੀ ਰੋਕ, ਅਟਕ ਜੋ ਪਾਈ ਭੰਨੀ। ਤ੍ਰਿਖੇ ਆਪਣੇ ਵੇਗ ਗਿਆ, ਟੱਪ ਬੰਨੇ ਬੰਨੀ। ਹੋ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਮਦਾ। ਇਹ ਠਹਿਰਨ ਜਾਚ ਨਾ ਜਾਮਦਾ, ਲੰਘ ਗਿਆ ਨਾ ਫੇਰ ਇਹ ਆਮਦਾ। ਜਿਹੜਾ ਦਰਿਆ ਦੇ ਵਿੱਚੋਂ ਪਾਣੀ ਲੰਘ ਗਿਆ, ਦੁਬਾਰਾ ਮੁੜ ਕੇ ਨਹੀਂ ਆਉਂਦਾ। ਸਾਗਰਾਂ ਦਾ, ਨਦੀਆਂ ਦਾ ਪਾਣੀ, ਜਿਹੜਾ ਸਮਾਂ ਲੰਘ ਗਿਆ ਜੀਵਨ ਵਿੱਚੋਂ, ਤੇਰੇ ਹੱਥ ਵਿੱਚ ਦੁਬਾਰਾ ਨਹੀਂ ਆਵੇਗਾ। ਐ ਮੌਲਾ, ਐਸੀ ਦੁਨੀਆ ਤੇਰੀ ਫਾਨੀ ਦੇਖੀ। ਜੋ ਆ ਕੇ ਨਾ ਜਾਏ ਉਹ ਬੁਢੇਪਾ ਦੇਖਾ। ਜੋ ਜਾ ਕੇ ਨਾ ਆਏ ਉਹ ਜਵਾਨੀ ਦੇਖੀ। ਉਹ ਜਵਾਨੀ ਦਾ ਸਮਾਂ, ਬਚਪਨ ਦਾ ਸਮਾਂ ਦੁਬਾਰਾ ਆ ਗਿਆ? ਨਹੀਂ ਆਵੇਗਾ। ਬੁਢੇਪਾ ਆਇਆ ਹੈ, ਜਰਾ ਦਾ ਰੋਗ, ਇਹ ਹੁਣ ਜਾਣ ਦਾ ਕਹਿੰਦੇ ਨਾਂ ਹੀ ਨਹੀਂ ਲੈਂਦਾ। ਕਿਵੇਂ ਜਾਵੇਗਾ? ਜਵਾਨੀ ਤਾਂ ਨਹੀਂ ਆਵੇਗੀ, ਇਹ ਜਰਾ ਐਵੇਂ ਹੀ ਰਹੇਗਾ। ਇਸ ਕਰਕੇ ਹਜ਼ੂਰ ਨੇ ਕਿਹਾ, ਜਬ ਲਗ ਜਰਾ ਰੋਗ ਨਹੀਂ ਆਇਆ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ। ਜਬ ਲਗ ਬਿਕਲ ਭਈ ਨਹੀਂ ਬਾਣੀ। ਭਜ ਲਹਿ ਰੇ ਮਨ ਸਾਰਿੰਗ ਪਾਣੀ। ਭਜੋ ਗੋਬਿੰਦ ਭੂਲ ਮਤ ਜਾਹੋ। ਮਾਨਸ ਜਨਮ ਕਾ ਇਹੀ ਲਾਹੋ। ਹੋਰ ਕੋਈ ਲਾਹਾ ਨਹੀਂ, ਭਾਵੇਂ ਕਰੋੜਾਂ ਅਰਬਾਂ ਖਰਬਾਂ ਇਕੱਠੇ ਕਰ ਲੈ ਤੂੰ, ਰਾਤ ਦਿਨ ਭੱਜ ਕੇ, ਦੌੜ ਲਾ ਕੇ, ਦੇਸਾਂ ਪਰਦੇਸਾਂ ਵਿੱਚ ਭਟਕ ਭਟਕ ਕੇ। ਦੇਸ ਕਮਾਵਨ ਧਨ ਜੋਰਨ ਕੀ, ਮਨਸਾ ਬੀਚੇ ਨਿਕਸੇ ਸਾਸ। ਧਨ ਸੰਪੈ ਮਾਇਆ ਸੰਚੀਐ, ਅੰਤੇ ਦੁਖਦਾਈ। ਘਰ ਮੰਦਰ ਮਹਿਲ ਸਵਾਰੀਐ, ਕਿਤੈ ਕੰਮ ਨ ਆਈ। ਹਰ ਰੰਗੀ ਤੁਰੇ ਨਿਤ ਪਾਲੀਐ, ਕਿਛ ਸਾਥ ਨਾ ਜਾਈ। ਜਨ ਲਾਭੋ ਚਿਤ ਹਰ ਨਾਮ ਸਿਉ, ਅੰਤ ਹੋਏ ਸਖਾਈ। ਅੰਤਲੇ ਵੇਲੇ ਸਖਾ ਤੇਰਾ ਵਾਹਿਗੁਰੂ ਦੀ ਬਾਣੀ ਨੇ, ਨਾਮ ਨੇ, ਸਤ ਸੰਗਤ ਨੇ, ਭਗਤੀ ਨੇ ਹੀ ਗੁਰਮੁਖ ਪਿਆਰਿਓ ਬਣਨਾ ਹੈ। ਤੋ ਮਹਾਰਾਜ ਕਿਰਪਾ ਕਰਨ। ਇਹ ਪ੍ਰਾਰੰਭ ਹੋਇਆ ਸਾਲ, ਸਤਿਗੁਰੂ ਮਹਾਰਾਜ ਆਪਣੇ ਚਰਨਾਂ ਵਿੱਚ ਜੋੜ ਕੇ, ਬਾਣੀ ਬਾਣੇ ਦੇ ਵਿੱਚ ਪ੍ਰਪਕਤਾ ਕਰਕੇ ਮਹਾਰਾਜ ਧਰਮ ਦੀ ਕਿਰਤ ਕਰਾਉਂਦਿਆਂ ਹੋਇਆਂ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ ਦੀ ਦਾਤ ਦਿੰਦਿਆਂ ਹੋਇਆਂ, ਸਾਡਾ ਸਭਨਾਂ ਦਾ ਸਫਲ ਬਣਾਉਣ ਮਹਾਰਾਜ ਸੱਚੇ ਪਾਤਸ਼ਾਹ ਜੀ। ਆਓ ਗੁਰ ਇਤਿਹਾਸ ਦੇ ਨਾਲ ਜੁੜੀਏ। ਨਾਲ ਦੀ ਨਾਲ ਅੱਜ ਪੰਥ ਦੇ ਮਹਾਨ ਸੂਰਬੀਰ ਯੋਧੇ, ਸੂਰਬੀਰ ਬਚਨ ਕੇ ਬਲੀ, ਕਹਿਣੀ ਦੇ ਪੂਰੇ ਤੇ ਕਰਨੀ ਦੇ ਸੂਰੇ, ਤੇ ਜਸਵੀ ਜਥੇਦਾਰ, ਜਿਨ੍ਹਾਂ ਦੀ ਅੱਖ ਵਿੱਚ ਅੱਖ ਪਾ ਕੇ ਕੋਈ ਗੱਲ ਨਹੀਂ ਸੀ ਕਰ ਸਕਦਾ ਉਸ ਸਮੇਂ ਦੇ ਵਿੱਚ, ਅਕਾਲੀ ਫੂਲਾ ਸਿੰਘ ਜੀ ਜਥੇਦਾਰ, ਅਕਾਲੀ ਫੂਲਾ ਸਿੰਘ ਜੀ, ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਦਾ ਅੱਜ ਦਿਹਾੜਾ ਹੈ। ਇੱਕ ਚੇਤਰ ਵਾਲੇ ਦਿਨ, ਸੰਕਰਾਂਤ ਵਾਲੇ ਦਿਨ, ਆਪ ਜੀ ਤਕਰੀਬਨ ਪਿਛਲੇ ਪੈਰ ਦਾ ਸਮਾਂ ਸੀ, ਜਿਹੜਾ ਇਹੋ ਸਮਾਂ ਹੈ 1823 ਈਸਵੀ ਨੂੰ ਨਸ਼ਹਿਰੇ ਦੀ ਜੰਗ ਦੇ ਵਿੱਚ ਲੰਡੇ ਦਰਿਆ ਦੇ ਕੋਲ ਸ਼ਹਾਦਤ ਦਾ ਜਾਮ ਪੀ ਗਏ ਸਾਧ ਸੰਗਤ ਜੀ। ਉਸ ਮਹਾਨ ਮਹਾਂਪੁਰਖ ਨੂੰ ਅੱਜ ਵੀ ਦੁਨੀਆ ਯਾਦ ਕਰਦੀ ਹੈ। ਜੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ ਤਾਂ ਅਕਾਲੀ ਫੂਲਾ ਸਿੰਘ ਜੀ ਵਰਗਾ ਹੋਵੇ, ਕਿਉਂਕਿ ਉਹਦਾ ਇੱਕ ਜੀਵਨ ਸੀ। 40 ਬਾਣੀਆਂ ਉਸ ਯੋਧੇ ਨੂੰ ਜ਼ਬਾਨੀ ਯਾਦ ਸਨ, ਜ਼ਬਾਨੀ ਕੰਠ, ਘੋੜੇ ਤੇ ਚੜ੍ਹੇ ਚੜ੍ਹਾਇਆ ਹੀ 40 ਬਾਣੀਆਂ ਦਾ ਜਾਪ ਕਰ ਲੈਣ ਵਾਲਾ ਉਹ ਸੂਰਬੀਰ ਮਹਾਬਲੀ ਯੋਧਾ ਸਾਧ ਸੰਗਤ ਜੀ।
ਜਿਸ ਦਾ ਪਿਤਾ ਸਰਦਾਰ ਈਸਰ ਸਿੰਘ ਜੀ, ਜੋ ਨਿਸ਼ਾਨਾ ਵਾਲੀ ਮਿਸਲ ਦਾ ਸਰਦਾਰ ਸੀ। 12 ਜਿਹੜੀਆਂ ਮਿਸਲਾਂ ਹੋਈਆਂ ਨੇ ਨਾ, ਉਹਨਾਂ ਵਿੱਚੋਂ ਇੱਕ ਨਕਈ ਮਿਸਲ, ਆਲੂ ਵਾਲੀਆ ਮਿਸਲ, ਨਿਸ਼ਾਨਾ ਵਾਲੀ ਮਿਸਲ। ਇਹ ਨਿਸ਼ਾਨਾ ਵਾਲੀ ਮਿਸਲ ਦਾ ਕੰਮ ਹੁੰਦਾ ਸੀ ਨਿਸ਼ਾਨ ਸਾਹਿਬ ਲੈ ਕੇ ਅੱਗੇ ਚੱਲਣਾ। ਮਹਾਰਾਜ ਦੇ ਵੇਲੇ ਤੋਂ ਇਹ ਮਿਸਲ ਚੱਲੀ ਸੀ। ਬਾਬਾ ਮਾਨ ਸਿੰਘ ਨੂੰ ਮਹਾਰਾਜ ਜੀ ਨੇ, ਭਾਈ ਆਲਮ ਸਿੰਘ ਵਰਗਿਆਂ ਨੂੰ ਇਹ ਨਿਸ਼ਾਨ ਸਾਹਿਬ ਦਿੱਤੇ ਸਨ। ਜੇ ਇੱਕ ਸ਼ਹੀਦ ਹੋ ਜਾਵੇ ਤਾਂ ਘੱਟੋ ਘੱਟ ਦੂਜੇ ਦੇ ਹੱਥ ਵਿੱਚ ਤਾਂ ਨਿਸ਼ਾਨ ਸਾਹਿਬ ਰਹੇ, ਨਿਸ਼ਾਨ ਸਾਹਿਬ ਨਾ ਡਿੱਗੇ। 5 ਨਿਸ਼ਾਨ 'ਚ ਹੀ ਦਿੱਤੇ ਹੋਏ ਸਨ। ਤੋ ਇਹ ਨਿਸ਼ਾਨਾ ਵਾਲੀ ਮਿਸਲ ਦਾ ਸਰਦਾਰ ਸੀ ਸਰਦਾਰ ਈਸਰ ਸਿੰਘ ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਜੀ, ਜਿਹੜੇ ਦੂਜੇ ਵੱਡੇ ਘੱਲੂ ਘਾਰੇ ਵਿੱਚ ਭਾਰੀ ਜੰਗ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਏ। ਉਸ ਸਮੇਂ ਅਕਾਲੀ ਫੂਲਾ ਸਿੰਘ ਜੀ ਦੀ ਉਮਰ 1.5 ਸਾਲ ਦੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਜੇ ਪਿਤਾ ਦਾ ਪੂਰਾ ਲਾਡ ਵੀ ਨਹੀਂ ਲਿਆ ਇਸ ਯੋਧੇ ਨੇ, ਸਾਧ ਸੰਗਤ ਜੀ। ਜਦੋਂ ਇਹਦਾ ਪਿਤਾ ਸ਼ਹੀਦ ਹੋ ਗਿਆ, ਥੋੜੇ ਸਮੇਂ ਬਾਅਦ ਇਹਦੀ ਮਾਤਾ ਹਰ ਕੌਰ ਬਹੁਤ ਬਿਮਾਰ ਸਖਤ ਹੋ ਗਈ ਤੇ ਉਹਨੇ ਸਮਝ ਲਿਆ ਕਿ ਹੁਣ ਮੇਰਾ ਵੀ ਅਖੀਰ ਦਾ ਸਮਾਂ ਆ ਗਿਆ ਹੈ। ਆਪਣੇ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ, ਤਕਰੀਬਨ 3-4 ਸਾਲ ਦਾ ਹੋਵੇਗਾ, ਉਹਦਾ ਹੱਥ ਆਪਣੇ ਸਿਰ ਤੇ ਰੱਖ ਕੇ ਕਿਹਾ ਕਿ ਲਾਲ ਜੀ, ਮੇਰੇ ਨਾਲ ਇੱਕ ਪ੍ਰਣ ਕਰੋ ਕਿ ਜਿਵੇਂ ਤੇਰਾ ਪਿਤਾ ਜੂਝਦਿਆਂ ਹੋਇਆ ਸ਼ਹੀਦ ਹੋਇਆ ਪੰਥ ਵਾਸਤੇ, ਕੌਮ ਵਾਸਤੇ, ਮੈਂ ਚਾਹੁੰਦੀ ਹਾਂ ਮੇਰੀ ਕੁੱਖ ਨੂੰ ਤੂੰ ਵੀ ਸਫਲੀ ਕਰੇ ਤੇ ਤੂੰ ਵੀ ਜੂਝਦਿਆਂ ਹੋਇਆ ਮੈਦਾਨੇ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਵੇਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੋ ਉਹ ਮਾਂ ਦੇ ਜਿਹੜੇ ਬੋਲ ਸਨ ਨਾ, ਬਚਪਨ ਦੇ, ਇਸ ਯੋਧੇ ਨੇ ਚੇਤੇ ਵਿੱਚ ਰੱਖੇ, ਹਮੇਸ਼ਾ ਇਹਦੇ ਕੰਨਾਂ ਵਿੱਚ ਗੂੰਜਦੇ ਰਹੇ ਉਹ ਮਾਂ ਦੇ ਬੋਲ। ਉਹ ਮਾਂ ਵੀ ਛੱਡ ਕੇ ਚਲੀ ਗਈ। ਫਿਰ ਇਸ ਨੂੰ ਸਾਧ ਸੰਗਤ ਜੀ ਪਾਲਿਆ ਪੋਸਿਆ, ਵੱਡਾ ਕੀਤਾ। ਬਾਬਾ ਨਰਾਇਣ ਸਿੰਘ ਜੀ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ, ਜਿਨ੍ਹਾਂ ਦਾ ਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਕੋਲ ਸੀ, ਇੱਥੇ ਰਹੇ ਹੋ। ਇੱਥੇ ਹੀ ਅਕਾਲੀ ਫੂਲਾ ਸਿੰਘ ਜੀ ਬਹੁਤ ਸਮਾਂ ਘੋੜ ਸਵਾਰੀ ਉਹਨਾਂ ਨੇ ਸਿੱਖੀ, ਨੇਜਾਬਾਜੀ, ਸ਼ਸਤਰਬਾਜੀ, ਤਲਵਾਰਬਾਜੀ, ਤੀਰ ਅੰਦਾਜ਼ੀ, ਇਹ ਸਾਰੇ ਹੀ ਜੌਹਰ ਇੱਥੇ ਸਿੱਖੇ ਸਾਧ ਸੰਗਤ ਜੀ। ਇੱਥੇ ਹੀ ਉਹਨਾਂ ਨੇ ਕਥਾ ਦੇ ਗ੍ਰੰਥਾਂ ਦਾ ਅਧਿਐਨ ਕੀਤਾ। ਵਿਰਾਗ ਸਤਕ ਵਰਗੇ, ਜੋ ਅਧਿਆਤਮ ਪ੍ਰਕਾਸ਼ ਵਰਗੇ, ਇਹ ਸਾਰੇ ਗ੍ਰੰਥ ਸੰਸਾਰ ਕਿਤਾਵਲੀ ਵਰਗੇ ਉਹਨਾਂ ਨੇ ਪੜ੍ਹੇ। ਇੱਥੇ ਹੀ ਰਹਿ ਕਰਕੇ ਉਹਨਾਂ ਨੇ ਕਥਾ ਸਿੱਖੀ, ਕਥਾ ਵੀ ਕਰਦੇ ਰਹੇ ਅਕਾਲੀ ਫੂਲਾ ਸਿੰਘ ਜੀ। ਬਾਣੀ ਦੀ ਸੰਥਿਆ ਬਾਬਾ ਨਰਾਇਣ ਸਿੰਘ ਜੀ ਤੋਂ ਉਹਨਾਂ ਨੇ ਪ੍ਰਾਪਤ ਕੀਤੀ। ਸਾਧ ਸੰਗਤ ਜੀ, ਬਚਪਨ ਵਿੱਚ ਜੀਵਨ ਘੜਿਆ ਗਿਆ, ਬਾਣੀ ਤੇ ਬਾਣੇ ਦੇ ਵਿੱਚ ਰੰਗਿਆ ਗਿਆ। ਛੋਟੀ ਉਮਰ ਦੇ ਵਿੱਚ ਹੀ ਬੇਅੰਤ ਬਾਣੀਆਂ ਕੰਠ ਕਰ ਲਈਆਂ, ਯਾਦ ਕਰ ਲਈਆਂ। ਬਾਬਾ ਨੈਣਾ ਸਿੰਘ ਜੀ, ਜਿਨ੍ਹਾਂ ਦਾ ਨਾਮ ਸੀ ਬਾਬਾ ਨਰਾਇਣ ਸਿੰਘ ਜੀ, ਉਹਨਾਂ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਨੂੰ ਬਣਾਇਆ ਗਿਆ। ਫਿਰ ਇਹਨਾਂ ਦੀ ਕੌਮ ਦੇ ਵਿੱਚ ਵਫਾਦਾਰੀ ਤੇ ਸੂਰਮਤਾਈ ਤੱਕਦਿਆਂ ਹੋਇਆਂ ਬੁੱਢਾ ਦਲ ਦੇ ਜਥੇਦਾਰ ਵੀ ਇਹਨਾਂ ਨੂੰ ਥਾਪਿਆ ਗਿਆ। ਸ਼ਾਇਦ 6ਵੇਂ ਬੁੱਢਾ ਦਲ ਦੇ ਜਥੇਦਾਰ, 5ਵੇਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ 6ਵੇਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ। ਹੋਰ ਇਹਨਾਂ ਦਾ ਉੱਚਾ ਸੁੱਚਾ ਜੀਵਨ ਦ੍ਰਿੜਤਾ ਵਾਲਾ ਤੱਕ ਕੇ ਪੰਥ ਨੇ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੀ ਬਣਾਇਆ। ਜਿਸ ਜਗ੍ਹਾ ਤੇ ਵੀ ਕੋਈ ਮੁਹਿੰਮ ਜਿੱਤੀ ਨਹੀਂ ਸੀ ਜਾਂਦੀ, ਸਰ ਨਹੀਂ ਸੀ ਹੁੰਦੀ, ਅਕਾਲੀ ਜੀ ਦੇ ਜਥੇ ਨੂੰ ਅੱਗੇ ਲਾਇਆ ਜਾਂਦਾ ਸੀ। ਸਾਧ ਸੰਗਤ ਜੀ, ਐਸੀ ਸੂਰਮਤਾਈ ਦੇ ਨਾਲ, ਬਹਾਦਰੀ ਦੇ ਨਾਲ ਲੜਦੇ ਦੁਸ਼ਮਣਾਂ ਨੂੰ ਭਾਜੜਾਂ ਪੈ ਜਾਇਆ ਕਰਦੀਆਂ ਸਨ। ਜਿਵੇਂ ਕਸੂਰ ਦੀ ਜੰਗ, ਮੁਲਤਾਨ ਦੀ ਜੰਗ, ਮੁਲਤਾਨ ਦਾ ਕਿਲਾ ਜਿੱਤਿਆ ਨਹੀਂ ਸੀ ਜਾਂਦਾ। ਤੁਹਾਨੂੰ ਪਤਾ ਹੈ ਕਿ ਜਦੋਂ ਪਹੀਆ ਟੁੱਟ ਗਿਆ ਸੀ ਤਾਂ ਅਕਾਲੀ ਜੀ ਨੇ ਕਿਹਾ ਸੀ ਕਿ ਪਹੀਏ ਦੀ ਥਾਂ ਤੇ ਮੈਂ ਮੋਢਾ ਦਿੰਦਾ ਹਾਂ, ਤੇ ਜਥੇਦਾਰ ਸਾਧੂ ਸਿੰਘ ਨੇ ਕਿਹਾ ਸੀ, ਨਹੀਂ ਅਕਾਲੀ ਜੀ, ਤੁਹਾਡੀ ਅਜੇ ਪੰਥ ਨੂੰ ਬਹੁਤ ਲੋੜ ਹੈ, ਜਿਸ ਨੇ ਮੋਢਾ ਦੇਣਾ ਉਹਨੇ ਨਾਲ ਹੀ ਸ਼ਹੀਦ ਹੋ ਜਾਣਾ ਹੈ। ਕਹਿੰਦੇ ਚੰਗਾ, ਫਿਰ ਜਦੋਂ ਪਾੜ ਪਵੇਗਾ ਨਾ ਇਸ ਕਿਲੇ ਦੇ ਵਿੱਚ, ਤੇ ਪਾੜ ਪੈਣ ਤੋਂ ਸਭ ਤੋਂ ਪਹਿਲਾਂ ਅੱਗੇ ਲੱਗ ਕੇ ਮੈਂ ਜਾਵਾਂਗਾ ਅੰਦਰ ਕਿਲੇ ਦੇ ਵਿੱਚ।
ਜਦੋਂ ਪਾੜ ਪਿਆ ਸੀ, ਕਿਲਾ ਟੁੱਟਾ ਸੀ, ਤਾਂ ਆਪਣੇ ਯੋਧਿਆਂ ਨੂੰ ਲੈ ਕੇ ਇੱਕਦਮ ਫੁਰਤੀ ਦੇ ਨਾਲ ਕਿਲੇ ਦੇ ਵਿੱਚ ਵੜ ਕੇ ਇਹੋ ਜਿਹੇ ਆਹੂ ਲਾਏ, ਕੱਟ ਵੱਢ ਕੀਤੀ ਕਿ 70 ਵਿਛਾ ਦਿੱਤੇ ਇਸ ਯੋਧੇ ਨੇ, ਤੇ ਮੁਲਤਾਨ ਦੀ ਜੰਗ ਨੂੰ ਫਤਿਹ ਕੀਤਾ। ਕਈਆਂ ਸਾਲਾਂ ਤੋਂ ਜਿਹੜਾ ਮੁਲਤਾਨ ਜਿੱਤਿਆ ਨਹੀਂ ਸੀ ਜਾ ਰਿਹਾ। ਸਾਧ ਸੰਗਤ ਜੀ, ਕਸ਼ਮੀਰ ਤੇ ਜਿੱਤ ਪਾਈ, ਪਸੌਰ ਤੇ ਜਿੱਤ ਪਾਈ, ਇਸ ਤਰੀਕੇ ਨਾਲ ਹਜ਼ਾਰੇ ਤੇ ਜਿੱਤ ਪਾਈ। ਕਿੰਨੀਆਂ ਕੁ ਜਗ੍ਹਾ ਕਹੀਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਇਹ 4 ਥੰਮ ਸਨ ਖਾਲਸਾ ਰਾਜ ਦੇ, ਖਾਲਸਾ ਸਰਕਾਰ ਦੇ, ਜਿਨ੍ਹਾਂ ਥੰਮਾਂ ਦੇ ਆਸਰੇ ਖਾਲਸਾ ਰਾਜ ਦੀ ਛੱਤ ਟਿਕੀ ਹੋਈ ਸੀ। ਉਹ ਥੰਮ ਸਨ ਅਕਾਲੀ ਫੂਲਾ ਸਿੰਘ ਜੀ, ਸਰਦਾਰ ਹਰੀ ਸਿੰਘ ਜੀ ਨਲੂਆ, ਸਾਮ ਸਿੰਘ ਜੀ ਅਟਾਰੀ ਤੇ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ। ਇਹ 4 ਥੰਮ ਸਨ। ਗੁਰਮੁਖੋ, ਅੱਜ ਦੇ ਦਿਨ ਜਦੋਂ ਨਸ਼ਹਿਰੇ ਦੀ ਜੰਗ ਵਿੱਚ, ਕਿਉਂਕਿ ਡੋਗਰਿਆਂ ਨੇ ਧੋਖਾ ਕੀਤਾ, ਨਾ ਤੋਪਾਂ ਸਮੇਂ ਸਿਰ ਪਹੁੰਚਾਈਆਂ ਤੇ ਨਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੂੰ ਸਮੇਂ ਸਿਰ ਪਹੁੰਚਣ ਦਿੱਤਾ। ਉਧਰੋਂ 4000 ਤੋਪਾਂ ਪਠਾਣਾਂ ਦੀਆਂ ਤੇ ਇੱਧਰ ਸਿਰਫ ਸਾਧ ਸੰਗਤ ਜੀ ਤਲਵਾਰਾਂ, ਨੇਜੇਬਾਜੀ ਜਾਂ ਕੁਝ ਬੰਦੂਕਾਂ। ਹੁਣ ਤੋਪਾਂ ਤੇ ਬੰਦੂਕਾਂ ਦਾ ਮੁਕਾਬਲਾ ਕੀ ਹੈ। ਪਰ ਫਿਰ ਵੀ ਦੇਖੋ, ਜਦੋਂ ਸ਼ੇਰੇ ਪੰਜਾਬ ਨੇ ਕਿਹਾ ਨਾ ਕਿ ਅਕਾਲੀ ਜੀ ਤੁਸੀਂ ਅੱਗੇ ਨਾ ਵਧੋ, ਸਾਨੂੰ ਪਤਾ ਲੱਗਾ ਕਿ 4 ਲੱਖ ਲਸ਼ਕਰ ਪਠਾਣਾਂ ਦਾ ਬਿਲਕੁਲ ਨਜ਼ਦੀਕ ਪਹੁੰਚ ਚੁੱਕਾ ਹੈ ਮੈਦਾਨ ਦੇ, ਇੱਥੋਂ ਤੁਸੀਂ ਵਾਪਸ ਮੁੜ ਜਾਓ। ਜਿੰਨਾ ਚਿਰ ਤੋਪਾਂ ਨਹੀਂ ਆਉਂਦੀਆਂ, ਰਹਿਕਲੇ ਨਹੀਂ ਆਉਂਦੀ, ਆਪਣੀ ਫੌਜ ਨਹੀਂ ਪਹੁੰਚਦੀ, ਆਪਾਂ ਨੂੰ ਅੱਗੇ ਨਹੀਂ ਜਾਣਾ ਚਾਹੀਦਾ। ਅਕਾਲੀ ਫੂਲਾ ਸਿੰਘ ਜੀ ਕਹਿਣ ਲੱਗੇ, ਉਹ ਕਾਣਿਆ, ਸਿੱਧਾ ਹੀ ਕਹਿ ਦਿਆ ਕਰਦੇ ਸਨ। ਕਦੇ ਕਹਿੰਦੇ ਸਨ ਡੋਗਰਿਆਂ ਦੇ ਪਾਲਕਾ, ਹੁਣ ਦੱਸਿਆ ਹੀ, ਪਹਿਲਾਂ ਕਿੱਥੇ ਗਿਆ ਸੀ। ਇੰਨੀ ਖਾਲਸਾ ਫੌਜ ਸ਼ਹੀਦ ਕਰਵਾ ਕੇ ਹੁਣ ਚੇਤਾ ਆਇਆ ਫੂਲਾ ਸਿੰਘ ਦਾ, ਪਹਿਲਾਂ ਕਿਉਂ ਨਹੀਂ ਦੱਸਿਆ। ਮੁਲਤਾਨ ਦੀ ਜੰਗ ਵਿੱਚ ਇਹ ਬੋਲ ਗਏ ਸਨ। ਕਹਿਣ ਲੱਗੇ, ਤੈਨੂੰ ਮਾਣ ਹੋਵੇਗਾ ਆਪਣੀਆਂ ਤੋਪਾਂ ਤੇ, ਆਪਣੀ ਫੌਜ ਤੇ, ਮੈਨੂੰ ਮਾਣ ਹੈ ਬਾਜਾਂ ਵਾਲੇ ਦੇ ਅੱਗੇ ਕੀਤੀ ਹੋਈ ਅਰਦਾਸ ਦੇ। ਹੁਣ ਤਾਂ ਇੱਕ ਕਦਮ ਵੀ ਪਿੱਛੇ ਨਹੀਂ ਪੁੱਟਾਂਗਾ, ਆਗੇ ਹੋਏ ਸੋ ਹੋਏ। ਆਪਣੇ ਤਕਰੀਬਨ ਜਿਹੜੇ 3-4 ਹਜ਼ਾਰ ਸਿਪਾਹੀ ਸਨ ਖਾਲਸਾ ਫੌਜ ਦੇ, ਅਕਾਲ ਰਜਮੈਂਟ ਦੇ, ਉਹਨਾਂ ਨੂੰ ਲੈ ਕੇ ਮੈਦਾਨੇ ਜੰਗ ਵਿੱਚ ਪਹੁੰਚੇ ਸਾਧ ਸੰਗਤ ਜੀ। ਗਹਿ ਗੱਚ ਲੜਾਈ ਹੋਈ, ਬੜੀ ਭਾਰੀ ਕੱਟਾ ਵੱਢ ਹੋਈ, ਸ਼ਹਾਦਤਾਂ ਹੋਈਆਂ ਸਿੰਘਾਂ ਦੀਆਂ। ਪਠਾਣਾਂ ਦੇ 70 ਲਾਏ, ਪਰ ਪਠਾਣਾਂ ਦੀ ਜਗ੍ਹਾ ਬੜੀ ਉੱਚੀ ਸੀ, ਪਹਾੜਾਂ ਤੇ ਚੜ੍ਹੇ ਹੋਏ, ਕੋਈ ਕੰਦਰਾਂ ਵਿੱਚ ਲੁਕਿਆ ਹੋਇਆ। ਕਈ ਵਾਰ ਅਕਾਲੀ ਜੀ ਤੇ ਬੰਦੂਕਾਂ ਦੇ ਵਾਰ ਗੋਲੀਆਂ ਦੇ ਹੋਏ। ਇੱਕ ਵਾਰ ਅਕਾਲੀ ਜੀ ਦੇ ਗੋਡੇ ਦੇ ਵਿੱਚੋਂ ਦੀ ਹੁੰਦਾ ਹੋਇਆ ਘੋੜੇ ਨੂੰ ਲੱਗਾ ਤੇ ਘੋੜਾ ਸ਼ਹੀਦੀ ਪਾ ਗਿਆ। ਹੁਣ ਉਹ ਘੋੜਾ ਜਿਹੜਾ ਬੜਾ ਵਫਾਦਾਰ ਘੋੜਾ ਸੀ। ਫਿਰ ਉੱਥੇ ਸਾਧ ਸੰਗਤ ਜੀ ਹਾਥੀ ਮੰਗਾਇਆ, ਹਾਥੀ ਤੇ ਚੜ੍ਹੇ। ਭਾਵੇਂ ਕਿ ਨਾਲ ਦੇ ਸਿੰਘਾਂ ਨੇ ਕਿਹਾ ਕਿ ਜਥੇਦਾਰ ਜੀ ਤੁਹਾਨੂੰ ਵਾਪਸ ਲੈ ਜਾਂਦੇ ਆ, ਅਸੀਂ ਲੜਾਂਗੇ। ਕਹਿਣ ਲੱਗਾ, ਨਹੀਂ, ਮੈਂ ਵਿੱਚੇ ਰਹਿ ਕੇ ਜੰਗ ਵੀ ਕਰਾਂਗਾ ਤੇ ਅਗਵਾਈ ਵੀ ਕਰਾਂਗਾ। ਹੌਦੀ ਦੇ ਵਿੱਚ ਬੈਠ ਕੇ ਮਹਾਵਤ ਹਾਥੀ ਨੂੰ ਚਲਾ ਰਿਹਾ ਹੈ, ਆਪ ਹੌਦੀ ਵਿੱਚ ਬੈਠ ਕੇ ਬੰਦੂਕ ਦੇ ਨਾਲ ਪਠਾਣਾਂ ਨੂੰ ਧਰਤੀ ਤੇ ਲਟਾਈ ਜਾ ਰਹੇ ਨੇ। ਇੱਕ ਇਹੋ ਜਿਹਾ ਕਾਰਬਾਈਨ ਦਾ ਵਾਰ ਆਇਆ, ਗੋਲੀਆਂ ਆਈਆਂ, ਮਹਾਵਤ ਦੇ ਵੱਜੀਆਂ, ਮਹਾਵਤ ਵੀ ਢੇਰੀ ਹੋ ਗਿਆ ਜਿਹੜਾ ਹਾਥੀ ਨੂੰ ਚਲਾ ਰਿਹਾ ਸੀ। ਉਸ ਵੇਲੇ ਨਾਲ ਦੇ ਸਿੰਘ ਨੇ ਘੋੜਾ ਛੱਡਿਆ ਤੇ ਹਾਥੀ ਤੇ ਚੜ੍ਹ ਗਿਆ। ਉਹ ਹਾਥੀ ਨੂੰ ਚਲਾਉਣ ਲੱਗਾ, ਪਰ ਸਾਧ ਸੰਗਤ ਜੀ ਇੱਕ ਲੁਕੇ ਹੋਏ ਪਠਾਨ ਨੇ ਕੰਦਰ ਦੇ ਵਿੱਚੋਂ ਫੇਰ ਕਾਰਬਾਈਨ ਦਾ ਵਾਰ ਕੀਤਾ, ਗੋਲੀਆਂ ਚਲਾਈਆਂ, ਜਿਹਦੇ ਵਿੱਚੋਂ ਦੱਸਦੇ ਨੇ 3 ਗੋਲੀਆਂ ਅਕਾਲੀ ਫੂਲਾ ਸਿੰਘ ਜੀ ਦੇ ਛਾਤੀ ਵਿੱਚ ਜਾ ਕੇ ਵਿੰਨ ਗਈਆਂ, ਛਾਤੀ ਨੂੰ ਫੁਹਾਰੇ ਫੁੱਟ ਪਏ ਔਰ ਉੱਥੇ ਹੀ ਆਪਣਾ ਸਿਰ ਜਿਹੜਾ ਸੀ ਪਿੱਛੇ ਨੂੰ ਸੁੱਟ ਦਿੱਤਾ। ਇਸ ਪ੍ਰਕਾਰ ਹਾਥੀ ਨੂੰ ਬਿਠਾਇਆ ਗਿਆ, ਨਬਜ ਵੇਖੀ ਗਈ, ਸਾਹ ਦੇਖੇ, ਪਰ ਅਕਾਲੀ ਫੂਲਾ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਚੁੱਕੇ ਸਨ। ਫੌਜਾਂ ਨੂੰ ਬਹੁਤ ਜ਼ਿਆਦਾ ਰੋਹ ਆਇਆ। ਉੱਧਰੋਂ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਫੌਜਾਂ ਵੀ ਪਹੁੰਚ ਗਈਆਂ।
ਇੰਨੀ ਭਾਰੀ ਤੇਗ ਚੱਲੀ ਕਿ 12,000 ਦੇ ਕਰੀਬ ਪਠਾਣਾਂ ਦੇ ਸੱਥਰ ਵਿਛਾ ਦਿੱਤੇ। 4,000 ਸਿੰਘ ਸ਼ਹੀਦ ਹੋਏ ਤੇ 12,000 ਪਠਾਨ ਉਸ ਨਸ਼ਹਿਰੇ ਦੇ ਉੱਪਰ ਜਿੱਤ ਪ੍ਰਾਪਤ ਕੀਤੀ। ਸਾਧ ਸੰਗਤ ਜੀ, ਜਦੋਂ ਸ਼ੇਰੇ ਪੰਜਾਬ ਨੂੰ ਪਤਾ ਲੱਗਾ, ਅਕਾਲੀ ਫੂਲਾ ਸਿੰਘ ਜੀ ਦੇ ਕੋਲ ਆ ਕੇ ਚਰਨਾਂ ਵਾਲੇ ਪਾਸੇ ਉਹਨਾਂ ਦੇ ਚਰਨਾਂ ਤੇ ਸਿਰ ਰੱਖ ਕੇ ਭੁੱਬਾਂ ਮਾਰ ਕੇ ਰੋਏ ਸ਼ੇਰੇ ਪੰਜਾਬ। ਫੂਲਾ ਸਿੰਘ ਨੂੰ ਜਦੋਂ ਸ਼ਹੀਦ ਡਿੱਠਾ, ਭੁੱਬਾਂ ਮਾਰ ਕੇ ਸ਼ੇਰੇ ਪੰਜਾਬ ਰੋਇਆ। ਕਹਿਣ ਲੱਗਾ, ਖਾਲਸਾ ਜੀ, ਭਾਵੇਂ ਅਸੀਂ ਜਿੱਤ ਪ੍ਰਾਪਤ ਕਰ ਲਈ ਹੈ ਨਸ਼ਹਿਰੇ ਦੀ ਜੰਗ ਵਿੱਚ, ਪਰ ਮੈਨੂੰ ਐਵੇਂ ਲੱਗਦਾ ਸੀ ਜਿੱਤ ਨਹੀਂ ਪ੍ਰਾਪਤ ਕੀਤੀ, ਅਸੀਂ ਹਾਰ ਗਏ ਹਾਂ, ਕਿਉਂਕਿ ਕੌਮ ਦਾ ਮਹਾਬਲੀ ਯੋਧਾ ਸਾਡੇ ਕੋਲੋਂ ਸਦਾ ਲਈ ਚਲਿਆ ਗਿਆ। ਦੂਜਾ ਬੋਲ ਉਹਨੇ ਕਿਹਾ ਸੀ ਕਿ ਖਾਲਸਾ ਜੀ, ਖਾਲਸਾ ਰਾਜ ਦਾ ਇੱਕ ਥੰਮ ਅੱਜ ਡਿੱਗ ਪਿਆ, ਤੇ ਜਦੋਂ ਥੰਮ ਡਿੱਗਣੇ ਸ਼ੁਰੂ ਹੋ ਜਾਣ ਨਾ, ਫਿਰ ਛੱਤ ਵੀ ਡਿੱਗ ਜਾਂਦੀ ਹੈ। ਇਹਨੂੰ ਪਤਾ ਲੱਗ ਗਿਆ ਸੀ ਹੁਣ ਖਾਲਸਾ ਰਾਜ ਬਹੁਤਾ ਸਮਾਂ ਨਹੀਂ ਰਹਿਣਾ। ਤੇ ਵਾਕਈ ਜਦੋਂ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋਇਆ ਸੀ ਨਾ, ਸ਼ੇਰੇ ਪੰਜਾਬ 1.5 ਸਾਲ ਨਹੀਂ ਕੱਢ ਸਕਿਆ। ਸਾਧ ਸੰਗਤ ਜੀ, ਉਸ ਤੋਂ ਬਾਅਦ 1.5 ਸਾਲ ਨਹੀਂ ਕੱਢ ਸਕਿਆ, ਚੜ੍ਹਾਈ ਕਰ ਗਿਆ ਸੀ। ਤੋ ਇਹ ਥੰਮ ਸਨ ਖਾਲਸਾ ਰਾਜ ਦੇ, ਖਾਲਸਾ ਸਰਕਾਰ ਦੇ, ਜਿਨ੍ਹਾਂ ਦੇ ਕਰਕੇ ਸ਼ੇਰੇ ਪੰਜਾਬ ਦੜਾ ਖੈਬਰ ਤੱਕ ਆਪਣਾ ਰਾਜ, ਅਫਗਾਨਿਸਤਾਨ, ਕਾਬਲ, ਕੰਧਾਰ ਤੱਕ ਸਾਧ ਸੰਗਤ ਜੀ ਵਧਾ ਲਿਆ ਸੀ। ਤੋ ਉਹਨਾਂ ਮਹਾਨ ਥੰਮਾਂ ਵਿੱਚੋਂ ਇਹ ਮਹਾਬਲੀ ਯੋਧੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਜੋਹਾਰ ਹੈ। ਮਾਵਾਂ ਵਿਰਲੀਆਂ ਵਿਰਲੇ ਹੀ ਜੰਮਦੀਆਂ ਨੇ, ਹਠੀ ਸੂਰਮੇ ਅਣਖ ਦਲੇਰ ਪੁੱਤਰ, ਗੁੜਤੀ ਜਿਨ੍ਹਾਂ ਨੂੰ ਅਣਖ ਦੀ ਮਾਂ ਦੇਵੇ, ਪਾਉਂਦਾ ਜੰਗ ਦੇ ਵਿੱਚ ਹਨੇਰ ਪੁੱਤਰ, ਗਿੱਦੜ ਭਬਕੀਆਂ ਤੋਂ ਕਦੇ ਵੀ ਨਾ ਡਰਦੇ, ਹੁੰਦੇ ਸ਼ੇਰਾਂ ਦੇ ਨਿੱਤ ਹੀ ਸ਼ੇਰ ਪੁੱਤਰ। ਮਾਂ ਪਿਓ ਦੇ ਨਾਂ ਨੂੰ ਕਰਨ ਉੱਚਿਆਂ ਉੱਚੇ, ਲਾਲਾ ਨੇਜਿਆਂ ਦੇ ਢੇਰ ਪੁੱਤਰ। ਤੋ ਉਸ ਮਹਾਨ ਯੋਧੇ ਨੂੰ ਵਾਰ-ਵਾਰ ਨਮਸਕਾਰ ਹੈ। ਕਿਤੇ ਉਹ ਪ੍ਰੇਮ ਬਾਣੀ ਤੇ ਬਾਣੇ ਵਾਲਾ, ਪਰਪਕਤਾ ਵਾਲਾ ਕਲਗੀਧਰ ਪਾਤਸ਼ਾਹ ਸਾਡੇ ਵੀ ਹਿਰਦਿਆਂ ਵਿੱਚ ਕਿਨਕਾ ਮਾਤਰੀ ਦੇ ਦੇਣ, ਕਿਤੇ ਸਾਡਾ ਜੀਵਨ ਵੀ ਸਫਲ ਹੋ ਜਾਏ। ਆਓ ਗੁਰ ਇਤਿਹਾਸ ਦੇ ਨਾਲ ਜੁੜੀਏ। ਮਹਾਰਾਜ ਜੀ ਨੇ ਅਸਾਮ ਦੇ ਰਾਜੇ ਦੀ ਤੇ ਇੱਧਰ ਬਿਸ਼ਨ ਸਿੰਘ ਦੀ ਸੰਧੀ ਕਰਵਾਈ ਹੈ। ਜਿਸ ਤਰ੍ਹਾਂ ਦੋਨਾਂ ਰਾਜਿਆਂ ਦੀ ਸੰਧੀ ਮਹਾਰਾਜ ਜੀ ਨੇ ਪਾਰ ਜਾ ਕੇ ਗਲਵੱਕੜੀਆਂ ਪਵਾਈਆਂ, ਦੋਨਾਂ ਨੇ ਪੱਗਾਂ ਵਟਾਈਆਂ, ਪੱਗ ਵਟ ਭਰਾ ਬਣੇ ਨੇ। ਫਿਰ ਉਹ ਰਾਜੇ ਨੇ ਕਿਹਾ, ਮਹਾਰਾਜ ਜੀ ਮੈਨੂੰ ਕੋਈ ਨਿਸ਼ਾਨੀ ਦਿਓ। ਕਾਮਰੂ ਦੇਸ਼ ਦੇ ਰਾਜੇ ਨੇ ਕਿਹਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਨਖ ਦੇ ਚਿੱਲੇ ਵਿੱਚ ਤੀਰ ਜੋੜ ਕੇ ਛੱਡਿਆ। ਸਾਹਮਣੇ ਇੱਕ ਬੋਹੜ ਦਾ ਦਰਖਤ ਸੀ, ਉਹਦੇ ਸਾਧ ਸੰਗਤ ਦੀ ਮੁੱਢ ਦੇ ਕੋਲ ਥੋੜ੍ਹਾ ਜਿਹਾ ਉੱਪਰ ਉਹ ਆਰ ਪਾਰ ਹੋ ਗਿਆ। ਅਗਲੇ ਪਾਸੇ ਉਹਦੀ ਨੋਕ ਹੈ, ਪਿਛਲਾ ਪਾਸਾ ਵੀ ਦਿਸ ਰਿਹਾ ਹੈ। ਮਹਾਰਾਜ ਕਹਿੰਦੇ, ਭਾਈ ਇਹ ਸਾਡੀ ਜਗ੍ਹਾ ਹੈ, ਇੱਥੇ ਧੂਫ ਵੱਟੀ ਕਰਿਆ ਕਰੋ, ਜੋ ਵੀ ਇੱਥੇ ਮੰਗੋਗੇ ਤੁਹਾਨੂੰ ਪ੍ਰਾਪਤੀ ਹੋਵੇਗੀ। ਇਹ ਸਾਡਾ ਚਿੰਨ੍ਹ ਹੈ, ਇਹ ਸਾਡਾ ਨਿਸ਼ਾਨ ਹੈ। ਤੋ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਹੈ। ਅੱਗੇ ਜਿਵੇਂ ਕਥਾ ਆ ਰਹੀ ਹੈ, ਆਓ ਸਾਵਧਾਨ ਇਕਾਗਰ ਚੀਤ ਹੋ ਕਰਕੇ ਸਰਵਣ ਕਰੀਏ। ਇੱਕ ਵਾਰ ਸਾਰੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ ਸਰਬ ਭਾਂਤ ਕੀ ਪੂਜ ਕਰਾਈ। ਸਾਰੇ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਉਸ ਸਥਾਨ ਦੀ ਰਾਜੇ ਦੇ ਕੋਲੋਂ ਪੂਜਾ ਕਰਵਾਈ। ਮਨ ਬਾਸ਼ਤ ਤਹ ਤੇ ਫਲ ਪਾਈ। ਜੋ ਵੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਉਸ ਸਥਾਨ ਦੀ ਪੂਜਾ ਕਰਦਾ ਰਿਹਾ, ਮਨ ਇੱਛਤ ਫਲ ਪਾਉਂਦਾ ਹੈ। ਏਮ ਸਤਿਗੁਰ ਨਿਰਪ ਦੋ ਮਿਲਾਈ। ਇਸ ਤਰ੍ਹਾਂ ਮਹਾਰਾਜ ਜੀ ਨੇ ਰਾਜਾ ਬਿਸ਼ਨ ਸਿੰਘ ਨੂੰ ਤੇ ਕਾਮਰੂ ਦੇਸ਼ ਦੇ ਰਾਜੇ ਦੋਨਾਂ ਨੂੰ ਆਪਸ ਦੇ ਵਿੱਚ ਮਿਲਾਇਆ ਹੈ। ਸਭ ਕੀ ਸੁਨਤਿਓ ਬਾਕਿਓ ਲਾਈ। ਸਾਰਿਆਂ ਦੇ ਸੁਣਦਿਆਂ ਹੋਇਆਂ ਹਜੂਰ ਨੇ ਮੁਖਾਰ ਬਿੰਦ ਤੋਂ ਬਚਨ ਕਹੇ, ਤੁਮ ਦੋਨੋ ਭੂਪਤ ਬਦਵੰਤੀ। ਮਹਾਰਾਜ ਕਹਿੰਦੇ, ਬੜੇ ਬੁੱਧੀ ਵਾਲੇ ਹੋ, ਸਿਆਣੇ ਹੋ, ਚਤਰ ਹੋ, ਦੋਨੋਂ ਹੀ ਤੁਸੀਂ ਰਾਜੇ। ਹਮ ਤੇ ਸੁਨੋ ਬਾਗ ਹਿਤਵੰਤੀ। ਸਾਡੇ ਜਿਹੜੇ ਹਿੱਤ ਵਾਲੇ
ਤੁਹਾਡੇ ਭਲੇ ਵਾਲੇ ਬਾਕ ਬਚਨ ਨੇ ਉਹ ਸੋਨਾ ਕਰੋ ਹੁਣ। ਇਹੋ ਖੰਜਰ ਹਮ ਗੱਡ ਅਵਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਖੰਜਰ ਉਹਦਾ ਮੰਗਵਾਇਆ ਸੀ ਨਾ ਰਾਜੇ ਦਾ, ਜਿਸ ਕਰਕੇ ਰਾਜੇ ਨੂੰ ਮਹਾਰਾਜ ਕੋਲ ਪਹੁੰਚਣਾ ਪਿਆ। ਹਜ਼ੂਰ ਕਹਿੰਦੇ ਖੰਜਰ ਜਿਹੜਾ ਰਾਜਨ ਤੇਰਾ, ਜਿਹਦੇ ਵਿੱਚ ਹੀਰੇ ਆਦਿਕ ਮੁੱਠ ਵਿੱਚ ਜੜਤ ਕੀਤੇ ਹੋਏ ਹਨ, ਇਹ ਧਰਤੀ ਤੇ ਅਸੀਂ ਕੱਢਾਂਗੇ। ਬਸਦੀ ਤਹਾਂ ਬਸਾਵੇ ਰਮਣੀ। ਇਹ ਖੰਜਰ ਦੇ ਨਾਂ ਤੇ ਅਸੀਂ ਬਸਤੀ ਉੱਥੇ ਨਗਰ ਵਸਾ ਦੇਵਾਂਗੇ। ਹੱਦ ਕਰੈ ਦੋਹੇ ਰਾਜਨ ਕੀਰੀ। ਸੁੰਦਰ ਨਗਰ ਵਸਾਵਾਂਗੇ ਤੇ ਉਹਦੇ ਨਾਲ ਹੀ ਦੋਨਾਂ ਰਾਜਿਆਂ ਦੀ ਹੱਦ ਬਣਾ ਦੇਵਾਂਗੇ। ਭਾਵ ਕਿ ਇੱਕ ਰਾਜਾ ਉੱਧਰ ਰਿਹਾ ਕਰੇਗਾ, ਇੱਕ ਰਾਜਾ ਇੱਧਰ ਰਿਹਾ ਕਰੇਗਾ। ਦੋਨਾਂ ਦੀ ਹੱਦ ਜਿਹੜੀ ਹੈ ਉਹ ਅਸੀਂ ਉੱਥੇ ਬਣਾ ਦੇਵਾਂਗੇ। ਰਹਿ ਪਾਤਸ਼ਾਹੀ ਸੈਨਿਕ ਨੀਰੀ। ਉਹ ਪਾਤਸ਼ਾਹ ਜਿਹੜਾ ਦਿੱਲੀ ਦਾ ਹੋਵੇਗਾ, ਉਹਦੀ ਫੌਜ ਇੱਧਰ ਵਾਲੇ ਪਾਸੇ ਰਹੇਗੀ, ਪੱਛਮ ਵਾਲੇ ਪਾਸੇ, ਤੇ ਤੇਰੀ ਫੌਜ ਜਿਹੜੀ ਹੈ ਉਹ ਪੂਰਬ ਵਾਲੇ ਪਾਸੇ ਰਿਹਾ ਕਰੇਗੀ, ਹੱਦ ਤੋਂ ਦੂਜੇ ਪਾਸੇ। ਇਤ ਇਹ ਰਹਿ ਨ ਆਗੇ ਜਾਵੇ। ਇੱਧਰ ਇਹ ਰਹਿਣਗੇ, ਅੱਗੇ ਨਹੀਂ ਜਾਣਗੇ ਹੱਦ ਤੋਂ। ਵਿਰੋਧ ਕਿਉ ਬਾਹਰ ਉਠਾਵੇ। ਕੋਈ ਵੀ ਫਿਰ ਇੱਕ ਦੂਜੇ ਦਾ ਵੈਰ ਵਿਰੋਧ ਨਹੀਂ ਉਠਾਵੇਗਾ। ਪਾਤਸ਼ਾਹ ਕੀ ਚੌਕੀ ਰਹੇ। ਮਹਾਰਾਜ ਕਹਿੰਦੇ ਇੱਧਰ ਪੱਛਮ ਵਾਲੀ ਸਾਈਡ ਨੂੰ ਪਾਤਸ਼ਾਹ ਜਿਹੜਾ ਦਿੱਲੀ ਦਾ ਹੈ ਉਹਦੀ ਚੌਂਕੀ ਰਹੇਗੀ। ਤਹਿ ਹਮ ਗ੍ਰਾਮ ਬਸਾਇਓ ਚਾਹੈ। ਚੌਂਕੀ ਭਾਵ ਪੁਲਿਸ ਦੀ ਚੌਂਕੀ, ਫੌਜ ਦੀ ਚੌਂਕੀ, ਉੱਥੇ ਅਸੀਂ ਇੱਕ ਨਗਰ ਵਸਾਉਣਾ ਹੈ। ਗ੍ਰਾਮ ਬਸਾਵੇ ਹੱਦ ਕੀਤ। ਮਹਾਰਾਜ ਕਹਿੰਦੇ ਹੱਦ ਦੇ ਵਾਸਤੇ ਨਗਰ ਵਸਾਵਾਂਗੇ। ਨ੍ਰਿਪ ਸੁਨ ਦੋਨੋਂ ਹਰਕ ਸਮੇਤ। ਦੋਨੋਂ ਰਾਜੇ ਬੜੇ ਆਨੰਦ ਦੇ ਸਹਿਤ ਹੋਏ ਹਨ। ਆਪੋ ਆਪਣੀ ਕਰ ਮਿਰਜ਼ਾਦਾ। ਆਪੋ ਆਪਣੀ ਜਿਹੜੀ ਮਰਜ਼ਾਦਾ ਰੀਤ ਹੈ ਇਹਨਾਂ ਨੇ ਕਰਨੀ ਹੈ। ਦੋਹੇ ਦਿਸ਼ ਰਹਿ ਧਰੋਂ ਅਹਲਾਦਾ। ਕਿ ਦੋਵੇਂ ਪਾਸੇ ਕਾਮਰੂ ਦੇਸ਼ ਦਾ ਆਪਣੀ ਮਰਜ਼ਾਦਾ ਨਾਲ ਚੱਲੇਗਾ, ਇੱਧਰ ਦਾ ਆਪਣੀ ਰੀਤੀ ਨਾਲ ਮਰਜ਼ਾਦਾ ਨਾਲ ਚੱਲੇਗਾ। ਤੋ ਇਸ ਪ੍ਰਕਾਰ ਆਹਲਾਦ ਆਨੰਦ ਦੋਵਾਂ ਪਾਸਿਆਂ ਵਿੱਚ ਰਹੇਗਾ। ਗੁਰ ਕੋ ਬਾਕ ਮਾਨ ਕਰਨੀਕਾ। ਸਤਿਗੁਰਾਂ ਦੇ ਬਚਨਾਂ ਨੂੰ ਚੰਗੀ ਤਰ੍ਹਾਂ ਮੰਨਣਾ ਕੀਤਾ ਹੈ। ਆਦਰ ਕਰਿਓ ਬਿਸ਼ਨ ਸਿੰਘ ਜੀ ਕਾ। ਬਿਸ਼ਨ ਸਿੰਘ ਰਾਜੇ ਦਾ ਕਾਮਰੂ ਦੇਸ਼ ਦੇ ਰਾਜੇ ਨੇ ਬੜਾ ਸਤਿਕਾਰ ਕੀਤਾ। ਕੰਚਨ ਬਸਤਰ ਤੁਰੰਗਮ ਦੀਨੇ। ਕਹਿੰਦੇ ਹੀਰੇ ਜਵਾਰ ਸੋਨਾ ਘੋੜੇ ਆਦਿਕ ਭੇਟ ਕੀਤੇ ਰਾਜੇ ਬਿਸ਼ਨ ਸਿੰਘ ਨੂੰ। ਦੇ ਕਰ ਧਨ ਸਨਮਾਨਿਤ ਕੀਨੇ। ਧਨ ਆਦਿਕ ਦੇ ਕਰਕੇ ਭੇਟਾਵਾਂ ਸਨਮਾਨ ਕੀਤਾ ਹੈ। ਲੈ ਕਰ ਵਿਦਾ ਭਾਈ ਚਲੇ ਆਈ। ਲੈ ਕਰਕੇ ਰਾਜਾ ਬਿਸ਼ਨ ਸਿੰਘ ਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਵਿਦਿਆ ਹੋਏ ਹਨ। ਚੜ ਨੌਕਾ ਨਦ ਤੇ ਉਤਰਾਈ। ਨੌਕਾ ਬੇੜੀ ਤੇ ਚੜ ਕਰਕੇ ਬ੍ਰਹਮਪੁੱਤਰ ਦਰਿਆ ਨੂੰ ਪਾਰ ਕੀਤਾ। ਆਵਤ ਬਿਜਾ ਨਿਸ਼ਾਨ ਬਜਾਇਓ। ਆਉਂਦਿਆਂ ਹੀ ਰਾਜੇ ਨੇ ਦਰਿਆ ਪਾਰ ਕਰਕੇ ਜਿੱਤ ਦੇ ਨਿਸ਼ਾਨ ਧੌਂਸੇ ਵਜਾਏ ਹਨ। ਤੁਪਕ ਸ਼ਲਾਖੈ ਛੁਡਵਾਇਓ। ਬਹੁਤ ਸਾਰੀਆਂ ਬੰਦੂਕਾਂ ਦੇ ਵਿੱਚੋਂ ਇਕੱਠੀਆਂ ਗੋਲੀਆਂ ਛਡਾਈਆਂ ਹਨ। ਲਿਖਿਓ ਫਤੂਨਾਮਾ ਤਤਕਾਲ। ਬੜੀ ਛੇਤੀ ਦੇ ਨਾਲ ਜਿੱਤ ਦਾ ਨਾਮਾ, ਫਤਿਹਨਾਮਾ ਰਾਜੇ ਨਰੰਗੇ ਦੇ ਵੱਲ ਪਾਤਸ਼ਾਹ ਵੱਲ ਲਿਖਿਆ। ਦਿੱਲੀ ਪਠਿਓ ਬੇਗ ਕੇ ਨਾਲ। ਬੜੀ ਛੇਤੀ ਦੇ ਨਾਲ ਦਿੱਲੀ ਦੇ ਵੱਲ ਫਤਿਹਨਾਮਾ ਭੇਜ ਦਿੱਤਾ ਕਿ ਰਾਜਨ ਅਸੀਂ ਕਾਮਰੂ ਜਿੱਤ ਤੇ ਕਾਮਰੂ ਦੇਸ਼ ਤੇ ਜਿੱਤ ਪਾ ਲਈ ਹੈ। ਦੋਹਰਾ ਸ੍ਰੀ ਸਤਿਗੁਰ ਨਦ ਤੇ ਉਤਰ ਆਏ। ਮਹਾਰਾਜ ਇੱਧਰ ਬ੍ਰਹਮਪੁੱਤਰ ਨਦੀ ਤੋਂ ਪਾਰ ਉਤਰ ਆਏ ਹਨ। ਆਏ ਦਮਦਮੇ ਥਾਨ। ਜਿਹੜਾ ਮਹਾਰਾਜ ਜੀ ਦਾ ਸਥਾਨ ਦਮਦਮਾ ਸਾਹਿਬ ਹੈ, ਜਿੱਥੇ ਉੱਚਾ ਥੜਾ ਹਜ਼ੂਰ ਨੇ ਬਣਾਇਆ। ਧਰਮਸਾਲ ਸੁੰਦਰ ਰਚੀ ਮਿਲੇ ਸਿੱਖੀਏ ਗਨਿਆਨ। ਜਿੱਥੇ ਮਹਾਰਾਜ ਜੀ ਨੇ ਸੋਹਣੀ ਧਰਮਸ਼ਾਲਾ ਗੁਰਦੁਆਰਾ ਸਾਹਿਬ ਕਹਿ ਲਈਏ ਰਚਿਆ ਹੈ। ਬਹੁਤ ਸਾਰੇ ਸਿੱਖ ਆ ਕੇ ਮਹਾਰਾਜ ਜੀ ਦੇ ਉੱਥੇ ਬਣੇ, ਸਿੱਖੀ ਜਿਹੜੀ ਹੈ ਫੈਲੀ ਹੈ। ਚੌਪਈ ਜਹ ਧੋਬਨ ਕੋ ਬ੍ਰਿਸ਼ ਟਿਕਾਇਓ। ਸਾਧ ਸੰਗਤ ਜੀ ਉਹ ਧੋਬਣ ਜਿਹੜੀ ਸੀ ਜਾਦੂਗਰਨੀ, ਜਿੱਥੇ ਮਹਾਰਾਜ ਨੇ ਉਹਨੂੰ ਹੁਕਮ ਕੀਤਾ ਸੀ, ਉਹਦਾ ਦਰਖਤ ਬ੍ਰਿਸ਼ ਜਿੱਥੇ ਟਿਕਿਆ ਹੋਇਆ। ਏਕ ਗ੍ਰਾਮ ਤਉ ਤਹਾਂ ਬਸਾਇਓ। ਇੱਕ ਨਗਰ ਸਤਿਗੁਰੂ ਮਹਾਰਾਜ ਜੀ ਨੇ ਉਸ ਧੋਬਣ ਦੇ ਨਾਂ ਤੇ ਵਸਾ ਦਿੱਤਾ। ਅਪਰਥਾਨ ਖੰਜਰ ਜੋ ਲਹਿਓ। ਉਸ ਨਗਰ ਦਾ ਨਾਮ ਧੁਬਰੀ ਸ਼ਹਿਰ ਹੈ। ਜਿਨ੍ਹਾਂ ਨੇ ਧੋਬੜੀ ਸਾਹਿਬ ਗੁਰਦੁਆਰਾ ਵੀ ਉਸ ਨਗਰ ਵਿੱਚ ਹੈ ਸਤਿਗੁਰਾਂ ਦਾ, ਤੇ ਧੁਬਰੀ ਧੋਬਣ ਦੇ ਨਾਂ ਤੇ ਉਸ ਨਗਰ ਦਾ ਨਾਮ ਹੈ।
ਤੋ ਇਸ ਤਰ੍ਹਾਂ ਮਹਾਰਾਜ ਨੇ ਉਹਦੀ ਵੀ ਵਡਿਆਈ ਸਦਾ ਲਈ ਕਰ ਦਿੱਤੀ। ਚਰਨਾਂ ਤੇ ਡਿੱਗ ਪਈ ਸੀ ਆਪਣਤ ਛੱਡ ਕੇ, ਮਹਾਰਾਜ ਦੀ ਬੜੀ ਵਡਿਆਈ ਸਿਫਤ ਉਹਨੇ ਕੀਤੀ ਪ੍ਰੇਮ ਦੇ ਨਾਲ। ਤੋ ਦੂਜਾ ਖੰਜਰ ਜਿੱਥੇ ਮਹਾਰਾਜ ਜੀ ਨੇ ਗੱਡਿਆ, ਅਵਨੀ ਵਿਖੈ ਗਾੜ ਸੋਧਿਓ, ਉਹ ਜਿਹੜਾ ਖੰਜਰ ਸੀ ਰਾਜੇ ਦਾ, ਕਾਮਰੂ ਦੇਸ਼ ਦੇ ਰਾਜੇ ਦਾ, ਉਹ ਧਰਤੀ ਵਿੱਚ ਗੱਡ ਦਿੱਤਾ। ਤਹ ਇੱਕ ਗ੍ਰਾਮ ਬਸਾਇਓ ਭਾਰੀ, ਇੱਕ ਬਹੁਤ ਵੱਡਾ ਨਗਰ ਉਹ ਜਿੱਥੇ ਮਹਾਰਾਜ ਨੇ ਖੰਜਰ ਗੱਡਿਆ ਉੱਥੇ ਵਸਾ ਦਿੱਤਾ, ਮੋੜੀ ਗੱਡ ਦਿੱਤੀ। ਖੰਜਰ ਤਾ ਕੋ ਨਾਮ ਉਚਾਰੀ, ਕਵੀ ਜੀ ਕਹਿੰਦੇ ਉਸ ਸ਼ਹਿਰ ਦਾ ਨਾਮ ਖੰਜਰ ਸ਼ਹਿਰ ਹੈ, ਅੱਜ ਤੱਕ ਕਿਹਾ ਜਾਂਦਾ ਹੈ। ਪਾਤਸ਼ਾਹ ਕੀ ਕੀਤਕ ਸੈਨਾ, ਜਿਹੜੀ ਬਾਦਸ਼ਾਹ ਦੀ ਕਿੰਨੀ ਕੁ ਤੁਰਕਾਂ ਦੀ ਫੌਜ ਹੈ, ਤਹਾਂ ਟਿਕਾਵਨ ਕੀਨ ਸੁਖੈਨਾ, ਉਹ ਜਿੱਥੇ ਨਗਰ ਵਸਾਇਆ ਨਾ ਖੰਜਰ, ਉੱਥੇ ਕਹਿੰਦੇ ਟਿਕਾ ਦਿੱਤੀ ਹੈ। ਹੱਦ ਕਰੀ ਦੋਏ ਰਾਜਨ ਕੀਰੀ, ਦੋਨਾਂ ਰਾਜਿਆਂ ਦੀ ਹੱਦ ਬਣਾ ਦਿੱਤੀ, ਜਿਵੇਂ ਪਾਕਿਸਤਾਨ ਦੀ ਤੇ ਭਾਰਤ ਦੀ ਹੱਦ ਬਣੀ ਹੋਈ ਹੈ ਨਾ, ਇਸ ਤਰ੍ਹਾਂ ਮਹਾਰਾਜ ਨੇ ਉੱਥੇ ਹੱਦ ਬਣਾ ਦਿੱਤੀ। ਇੱਧਰ ਵਾਲਾ ਉੱਧਰ ਅੱਗੇ ਨਹੀਂ ਜਾਵੇਗਾ ਤੇ ਉਧਰ ਵਾਲਾ ਇੱਧਰ ਅੱਗੇ ਨਹੀਂ ਆਵੇਗਾ। ਜਿਸ ਤੇ ਉਠੈ ਵਿਰੋਧ ਨਾ ਫੇਰੀ, ਇਸ ਕਰਕੇ ਦੁਬਾਰਾ ਜਿਹੜਾ ਵਿਰੋਧ ਲੜਾਈ ਝਗੜਾ ਨਾ ਹੋਵੇ। ਦੋਹੇ ਦਿਸ਼ ਕੋ ਕਰ ਹਰਖ ਸਮੇਤ, ਦੋਨਾਂ ਰਾਜਿਆਂ ਨੂੰ ਬੜਾ ਆਨੰਦ ਦੇਣਾ ਕੀਤਾ ਮਹਾਰਾਜ ਜੀ ਨੇ। ਆਪ ਆਪਣੇ ਰਾਜ ਸੁਚੇਤ, ਆਪੋ ਆਪਣੇ ਰਾਜ ਦੇ ਵਿੱਚ ਸੁਚੇਤ ਹੋ ਕੇ ਰਹਿਣ। ਦੇਸ਼ ਕਾਮਰੂ ਕੀਰ ਬਰੋਬਰ, ਕਾਮਰੂ ਦੇਸ਼ ਦੇ ਹੀ ਬਰਾਬਰ ਨੇੜੇ ਹੀ। ਅਪਰ ਰਾਜ ਇਕ ਤਾਹਾਂ ਹੋਤੋ ਬਰ, ਕਹਿੰਦੇ ਇੱਕ ਹੋਰ ਰਾਜਾ ਰਾਜ ਕਰਦਾ ਸੀ ਉਹਦੇ ਨੇੜੇ ਬਰਾਬਰ ਕਰਕੇ ਹੀ। ਜਿਵੇਂ ਸਾਧ ਸੰਗਤ ਜੀ ਇੱਧਰ ਇੱਕ ਪਾਸੇ ਚੀਨ ਹੈ, ਇੱਕ ਪਾਸੇ ਬੰਗਾਲ, ਇੱਕ ਪਾਸੇ ਪਾਕਿਸਤਾਨ ਹੈ, ਇਸ ਤਰੀਕੇ ਨਾਲ ਕਾਮਰੂ ਦੇਸ਼ ਦੇ ਨੇੜੇ ਹੀ ਨਾਲ ਹੀ ਇੱਕ ਹੋਰ ਅਸਾਮ ਦਾ ਰਾਜਾ ਉਹ ਰਾਜ ਕਰਦਾ ਸੀ। ਰਾਜਾ ਰਾਮ ਨਰੇਸ਼ਵਰ ਨਾਮੰ, ਉਹਦਾ ਨਾਮ ਰਾਜਾ ਰਾਮ, ਕਵੀ ਜੀ ਨੇ ਲਿਖਿਆ ਹੈ ਕਿ ਰਾਮ ਉਸ ਦਾ ਨਾਮ ਸੀ, ਰਾਜਾ ਰਾਮ ਉਹਨੂੰ ਕਿਹਾ ਜਾਂਦਾ ਹੈ। ਪੁੱਤਰ ਨਾ ਉਪਜਿਓ ਤਿਸ ਕੇ ਧਾਮ, ਕਹਿੰਦੇ ਉਹਦੇ ਘਰ ਦੇ ਵਿੱਚ ਕੋਈ ਔਲਾਦ ਪੁੱਤਰ ਨਹੀਂ ਹੋਇਆ। ਹਰ ਉਪਚਾਰ ਹਰ ਕਰ ਰਹਿਓ, ਬੜੇ ਇਲਾਜ ਕਰਵਾਏ, ਬੜੇ ਯਤਨ ਕੀਤੇ, ਹਾਰ ਥੱਕ ਗਏ ਹਨ, ਬਹਿ ਗਏ ਹਾਰ ਥੱਕ ਕੇ। ਕਿਸ ਬਿਦਤੇ ਨਹਿ ਨੰਦਨ ਲਹਿਓ, ਕਿਸੇ ਤਰੀਕੇ ਦੇ ਨਾਲ ਵੀ ਪੁੱਤਰ ਦੀ ਕਾਮਨਾ ਪੂਰੀ ਨਹੀਂ ਹੋਈ। ਸ੍ਰੀ ਗੁਰੂ ਤੇਗ ਬਹਾਦਰ ਪੂਰੇ, ਸੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪੂਰਾ ਸਤਿਗੁਰੂ ਮਹਾਰਾਜ, ਇਨਕੋ ਫੈਲਿਓ ਜਸ ਬਹਰੂਰੇ। ਜਦੋਂ ਦੇ ਮਹਾਰਾਜ ਇਸ ਅਸਾਮ ਕਾਮਰੂ ਇਲਾਕੇ ਵਿੱਚ ਆਏ ਨੇ, ਬ੍ਰਹਮਪੁੱਤਰ ਦਰਿਆ ਤੇ ਆਏ ਨੇ, ਸਾਰਿਆਂ ਚਾਰ ਚਫੇਰੇ ਹੀ ਹਜੂਰ ਦਾ ਜਸ ਫੈਲਿਆ ਹੈ। ਕੀਤਕ ਬਰਖ ਕਿਤ ਇਤੇ ਇਸ ਥਾਨ, ਕਿੰਨੇ ਕੁ ਸਾਲ ਮਹਾਰਾਜ ਇਸ ਜਗ੍ਹਾ ਤੇ ਰਹੇ ਹਨ, ਇਸੇ ਥਾਂ ਤੇ ਮਹਾਰਾਜ ਜੀ ਨੇ ਟਿਕਾਣਾ ਕੀਤਾ, ਕਿੰਨੇ ਸਾਲ ਲੰਘ ਗਏ ਉੱਥੇ ਹੀ। ਜਾਂ ਤੇ ਜਸ ਤਹਿ ਵਿਦਤ ਮਹਾਨ, ਇਸ ਕਰਕੇ ਮਹਾਰਾਜ ਜੀ ਦਾ ਪ੍ਰਗਟ ਹੀ ਚਾਰ ਚਫੇਰੇ ਜਸ ਹੋ ਰਿਹਾ ਹੈ। ਲਗ ਦੀਰਘ ਬਹੁ ਕਰੇ ਉਚਾਰਨ, ਛੋਟੇ ਵੱਡੇ ਸਾਰੇ ਹੀ ਮਹਾਰਾਜ ਜੀ ਦੀ ਵਡਿਆਈ ਮੁਖ ਤੋਂ ਕਰਦੇ ਹਨ। ਸ੍ਰੀ ਗੁਰੂ ਦੀਤਕ ਕਾਮਨਾ ਸਾਰਨ, ਕਿ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ। ਹੋਇ ਸੇਵਕ ਜੋ ਸੇਵਾ ਕਰੈ, ਜਿਹੜਾ ਵੀ ਕੋਈ ਸੇਵਕ ਬਣ ਕੇ ਸਤਿਗੁਰੂ ਦੀ ਸੇਵਾ ਕਰਦਾ ਹੈ, ਹਿਰਦੇ ਕਾਮਨਾ ਸ਼ਰਧਾ ਧਰੈ, ਮਨ ਵਿੱਚ ਸਰਧਾ ਭਾਵਨਾ ਧਾਰ ਕੇ ਨਿਸ਼ਚਾ ਕਰਕੇ ਮਹਾਰਾਜ ਜੀ ਦੀ ਸੇਵਾ ਕਰਦਾ ਹੈ, ਉਹਦੀ ਕਾਮਨਾ ਹਜ਼ੂਰ ਪੂਰਨ ਕਰਦੇ ਨੇ। ਕਿਉਂਕਿ ਨਾਨਕ ਗੁਰ ਸੇਵਾ ਕਿੰਗ ਨਾ ਲੱਭਿਅਤੇ, ਪਾਸੰ ਕ੍ਰੋਧ ਅਗਰ ਨੀਵੈ, ਨਿਰਾਸੰ ਆਸ ਪੂਰਣੈ, ਨਿਰਧਨ ਭਯੰ ਧਨਵੰਤ ਹੈ, ਰੋਗੀਅੰ ਰੋਗ ਖੰਡਨ ਹੈ, ਭਗਤਿਅੰ ਭਗਤ ਦਾਨੰ, ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾਤਾਰੈ, ਨਾਨਕ ਗੁਰ ਸੇਵਾ ਕਿੰਗ ਨਾ ਲੱਭਿਅਤੇ। ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਸਤਿਗੁਰੂ ਜੀ ਦੀ ਸੇਵਾ ਕਰਕੇ ਕਿਹੜੀ ਚੀਜ਼
ਧਰਮ ਅਰਥ ਕਾਮ ਮੋਖ ਜੋ ਨਹੀਂ ਲੱਭਦੀ। ਮਨ ਬਾਂਛਤ ਪਾਵੈ ਤਤਕਾਲ, ਝੱਟ ਹੀ ਜਿਹੜੇ ਸੇਵਾ ਕਰਦੇ ਨੇ ਮਹਾਰਾਜ ਜੀ ਦੇ ਕੋਲੋਂ ਮਨ ਇੱਛਤ ਫਲ ਪਾ ਲੈਂਦੇ ਨੇ। ਪੁਰੈ ਬਾਕ ਜਿਨ ਕੇਰਿਉ ਤਾਲਾ, ਝੱਟ ਹੀ ਜਿਨ੍ਹਾਂ ਦੇ ਮੁਖ ਵਿੱਚੋਂ ਨਿਕਲੇ ਬਚਨ ਪੂਰੇ ਹੋ ਜਾਂਦੇ ਨੇ। ਅਨਕ ਨਰਨ ਪੁੱਤਰਨ ਬਰ ਪਾਵ, ਕਵੀ ਜੀ ਕਹਿੰਦੇ ਨੇ ਉਹ ਰਾਜੇ ਨੇ ਸੁਣਿਆ ਹੈ ਰਾਣੀ ਨੇ ਕਿ ਬਹੁਤ ਸਾਰੇ ਬੇਔਲਾਦਿਆਂ ਨੇ ਸਤਿਗੁਰਾਂ ਦੇ ਕੋਲ ਜਾ ਕਰਕੇ ਪੁੱਤਰਾਂ ਦੇ ਵਰ ਪ੍ਰਾਪਤ ਕੀਤੇ ਨੇ। ਇਨ ਸੇਵਤ ਬਪ ਰੋਗ ਮਿਟਾਵਾ, ਇਹਨਾਂ ਦੀ ਜੋ ਵੀ ਸੇਵਾ ਕਰਦੇ ਨੇ ਉਹ ਆਪਣੇ ਸਰੀਰ ਦੇ ਰੋਗ ਵੀ ਸਾਰੇ ਗਵਾ ਲੈਂਦੇ, ਦੂਰ ਕਰ ਲੈਂਦੇ, ਸਭ ਰੋਗ ਮਿਟਾਏ ਨਵਾਂ ਨਿਰੋਵਾ, ਨਾਨਕ ਰਾਖਾ ਆਪੇ ਹੋਵਾ। ਉਤੇ ਦਰਿਦੀ ਬਿਨੈ ਕਰੰਤੀ, ਜਿਹੜੇ ਬਹੁਤੇ ਦਲਿਦਰੀ ਗਰੀਬ ਉਹ ਆ ਕੇ ਜਦੋਂ ਬੇਨਤੀਆਂ ਕਰਦੇ ਹਨ, ਸੋ ਧਨਾੜ ਹੋਏ ਸੁਖਵੰਤੇ, ਉਹ ਵੀ ਸੁਖ ਵਾਲੇ ਧਨਾੜ ਅਮੀਰ ਬਣ ਜਾਂਦੇ ਨੇ, ਧਨਵਾਨ ਬਣ ਜਾਂਦੇ ਹਨ। ਜੋ ਅਨਜਾਨ ਅਨਾਦਰ ਕਰੈ, ਜਿਹੜੇ ਅਣਜਾਣ ਬੇਸਮਝ ਮੂਰਖ ਸਤਿਗੁਰਾਂ ਦੀ ਨਰਾਦਰੀ ਬੇਅਦਬੀ ਕਰਦੇ ਹਨ, ਇਹ ਤਤਕਾਲ ਆਪਦਾ ਪਰੈ, ਉਹਨਾਂ ਦੇ ਉੱਪਰ ਝੱਟ ਹੀ ਬਿਪਤਾ ਆ ਕੇ ਪੈ ਜਾਂਦੀ ਹੈ। ਉਹ ਬਿਪਤਾ ਨੂੰ ਸਹੇੜ ਲੈਂਦੇ ਹਨ। ਤੋ ਆਪਨ ਹੱਥੀਂ ਆਪਣੇ ਜੜ ਆਪ ਉਪਟੈ, ਨਿਕਸੈ ਬਾਕ ਬਦਨ ਤੇ ਜੈਸੇ, ਜਿਸ ਤਰ੍ਹਾਂ ਵੀ ਵਾਰ ਵਾਲੇ ਸਰਾਪ ਵਾਲੇ ਜਿਹੋ ਜਿਹੇ ਵੀ ਬਚਨ ਮੁਖ ਵਿੱਚੋਂ ਨਿਕਲ ਜਾਣ, ਬਿਨਾ ਬਲਮ ਫੁਰ ਬਨ ਹੈ ਤੈਸੇ, ਬਿਨਾਂ ਦੇਰੀ ਤੋਂ ਝੱਟ ਪੂਰੇ ਹੋ ਜਾਂਦੇ ਹਜ਼ੂਰ ਦੇ ਮੁਖ ਵਿੱਚੋਂ ਨਿਕਲੇ ਹੋਏ। ਲੋਕ ਸੈਂਕੜੇ ਆਏ ਸਮੀਪ, ਸੈਂਕੜਿਆਂ ਦੀ ਗਿਣਤੀ ਵਿੱਚ ਰੋਜ਼ਾਨਾ ਹੀ ਲੋਕ ਮਹਾਰਾਜ ਜੀ ਦੇ ਕੋਲ ਆਉਂਦੇ ਨੇ। ਹੋਏ ਬਾਕ ਤੇ ਰੰਕਸ ਮਹੀਪ, ਕਹਿੰਦੇ ਮਹਾਰਾਜ ਦੇ ਬਚਨਾਂ ਦੇ ਨਾਲ ਹੀ ਜਿਹੜੇ ਰੰਕ ਕੰਗਾਲ ਗਰੀਬ ਵਿਚਾਰੇ ਉਹ ਵੀ ਮਹੀਪ ਰਾਜੇ ਬਣ ਜਾਂਦੇ। ਖਿਨ ਮਹਿ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਐਬ ਸਾਪਿਓ ਤਿਸ ਦੇਸ਼ ਮਝਾਰੇ, ਸਾਰੇ ਦੇਸ਼ ਦੇ ਵਿੱਚ, ਕਾਮਰੂ ਦੇਸ਼ ਦੇ ਵਿੱਚ, ਉਰਾਰ ਪਾਰ ਬ੍ਰਹਮਪੁੱਤਰ ਦਰਿਆ ਦੇ, ਇਹ ਸਭ ਦੇ ਅੰਦਰ ਭੈ ਬਹਿ ਗਿਆ ਸਤਿਗੁਰਾਂ ਦਾ। ਅਦਬ ਵੀ ਤੇ ਭੈ ਵੀ, ਡਰ ਰੱਖਦੇ ਨੇ ਸਾਰੇ ਹੀ। ਇੱਕ ਦਿਨ ਮੈਂ ਸੁਣ ਰਿਹਾ ਸੀ ਸਾਧ ਸੰਗਤ ਜੀ, ਉਹ ਸੱਜਣ ਪ੍ਰਚਾਰਕ ਕਹਿ ਰਿਹਾ ਸੀ ਕਿ ਮਹਾਰਾਜ ਦਾ ਭੈ ਕਾਹਦਾ ਰੱਖਣਾ ਹੈ, ਤੇ ਉਦਾਹਰਨ ਉਹ ਦੇ ਰਿਹਾ ਸੀ ਆਪਣੇ ਪਿਓ ਦੀ ਗੋਦ ਵਿੱਚ ਬੈਠਿਆ ਕਾਹਦਾ ਡਰ ਹੈ। ਗੁਰਮੁਖੋ, ਜੇ ਪਿਓ ਦਾ ਡਰ ਨਾ ਹੋਵੇ ਤਾਂ ਬੱਚਾ ਵਿਗੜ ਵੀ ਜਾਂਦਾ ਹੈ। ਇਹ ਗੱਲ ਚੇਤੇ ਰੱਖਣੀ। ਬੱਚੇ ਵਿਗੜਦੇ ਹੀ ਉਹ ਨੇ ਜਿਨ੍ਹਾਂ ਨੂੰ ਪਿਤਾ ਦਾ ਡਰ ਨਹੀਂ ਹੁੰਦਾ। ਇਸੇ ਕਰਕੇ ਮਾਂ ਡਰ ਦਿੰਦੀ ਰਹਿੰਦੀ, ਮੈਂ ਤੇਰੇ ਪਿਓ ਨੂੰ ਦੱਸਾਂਗੀ, ਤੇ ਉਸੇ ਵੇਲੇ ਬੱਚਾ ਠਠੰਬਰ ਜਾਂਦਾ ਪਿਓ ਦਾ ਨਾਂ ਸੁਣ ਕੇ, ਪਿਤਾ ਦਾ ਨਾਂ ਸੁਣ ਕੇ। ਹਮੇਸ਼ਾ ਹੀ ਸਤਿਗੁਰੂ ਪਰਮੇਸ਼ਰ ਦਾ ਭੈ ਮਨ ਵਿੱਚ 24 ਘੰਟੇ ਹੀ ਰੱਖਣਾ ਚਾਹੀਦਾ ਹੈ। ਜੇ ਨਹੀਂ ਰੱਖਾਂਗੇ ਤੇ ਪਾਪੀ ਮਨ ਹੋ ਜਾਵੇਗਾ। ਚੇਤਾ ਰੱਖਣਾ, ਜਿਨ੍ਹਾਂ ਅੰਦਰ ਸੱਚੇ ਕਾ ਭਾਉ ਨਹੀਂ, ਨਾਮ ਨਾ ਕਰੇ ਪਿਆਰ, ਤੋ ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ, ਉਹ ਆਪ ਮਾਰੇ ਕਰਤਾਰ। ਤੋ ਜਿਨ੍ਹਾਂ ਅੰਦਰ ਸੱਚੇ ਦਾ ਭਾਉ ਹੀ ਨਹੀਂ, ਮਹਾਰਾਜ ਕਹਿੰਦੇ ਹਰ ਗੁਣ ਟਿਕੇ ਹਿਰਦੈ ਤਿਸਕੇ, ਜਿਨ ਅੰਦਰ ਭਾਉ ਭਾਵਨੀ ਹੋਈ, ਬਿਨ ਭੈ ਪਾਰ ਨਾ ਪਾਇਆ ਕੋਈ। ਤੋ ਇਸ ਕਰਕੇ ਭਾਉ ਵੀ ਤੇ ਭਾਉ ਵੀ ਦੋਨੋਂ ਹੀ ਗੁਰਸਿੱਖ ਨੇ ਰੱਖਣੇ ਨੇ। ਕਹਿੰਦੇ ਸਭ ਸਤਿਗੁਰਾਂ ਦਾ ਭੈ ਮਨ ਵਿੱਚ ਰੱਖਦੇ ਹਨ। ਇਸ ਨਿਰਪ ਕੀ ਰਾਣੀ ਨੇ ਸੁਨਿਓ, ਉਸ ਰਾਜੇ ਦੀ ਰਾਣੀ ਜਿਹੜੀ ਹੈ ਨਾ, ਸਾਮ ਦੇਸ਼ ਦੇ ਰਾਜਾ ਰਾਮ ਦੀ ਰਾਣੀ ਦੇ ਕੰਨਾਂ ਵਿੱਚ ਆਵਾਜ਼ ਪਈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਿਮਾ ਦੀ। ਬਹੁਤਨ ਜਾਏ ਗੁਰੂ ਜਸ ਭਨਿਓ, ਬਹੁਤਿਆਂ ਨੇ ਜਾ ਕੇ ਰਾਣੀ ਦੇ ਕੋਲ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਸ ਕੀਤਾ। ਪੁੱਤਰ ਕਾਮਨਾ ਵਾਨ ਮਹਾਨੀ, ਕਹਿੰਦੇ ਕਿ ਉਹ ਰਾਣੀ ਜਿਹੜੀ ਸੀ ਨਾ, ਪੁੱਤਰ ਦੀ ਪ੍ਰਾਪਤੀ ਦੀ ਬੜੀ ਕਾਮਨਾ ਵਾਲੀ ਸੀ। ਭਾਰੀ ਉਹਦੇ ਅੰਦਰ ਕਾਮਨਾ ਬੈਠੀ ਹੋਈ ਸੀ। ਭਾਵੇਂ ਉਮਰ ਲੰਘਦੀ ਜਾ ਰਹੀ, ਬਹੁਤ ਉਮਰ ਹੋ ਗਈ, ਪਰ ਪੁੱਤਰ ਦੀ ਚਾਹਵਾਨ ਅਜੇ ਵੀ ਹੈ ਕਿ ਪੁੱਤਰ ਹੋ ਜਾਵੇ। ਇਸ ਬਾਸੁਰ ਚਿਤਵਤ ਦੁਖ ਸਾਨੀ, ਦੁੱਖ ਦੇ ਸਹਿਤ ਰਾਤ ਦਿਨ ਚੇਤੇ ਕਰਦੀ ਰਹਿੰਦੀ ਪੁੱਤਰ ਨੂੰ। ਖਾਨ ਪਾਨ ਪਹਿਰਨ ਅਰਦੀਨਾ, ਕਹਿੰਦੇ ਖਾਣਾ ਪੀਣਾ ਪਹਿਨਣਾ ਜੋ ਕੁਝ ਵੀ
ਇਹ ਰੋਜ਼ ਦਾ ਹੁੰਦਾ ਹੈ। ਜਿਸ ਮਨ ਰੁਚੈ ਨਹੀਂ ਸੁਖ ਲੈਣਾ, ਜਿਸ ਦੇ ਮਨ ਦੇ ਵਿੱਚ ਰੁਚੀ ਹੀ ਨਹੀਂ ਸੁੱਖ ਦੇ ਸਹਿਤ, ਉਹ ਰਾਣੀ ਇਹਨਾਂ ਚੀਜ਼ਾਂ ਦਾ ਸੁੱਖ ਨਹੀਂ ਲੈ ਰਹੀ। ਭਾਵੇਂ ਵਧੀਆ ਖਾਣ ਹੈ, ਪਹਿਨਣ ਵਾਸਤੇ ਵੀ ਵਸਤਰ ਵਧੀਆ, ਹਾਰ ਸ਼ਿੰਗਾਰ ਸਭ ਕੁਝ ਹੈ, ਪਰ ਰਾਣੀ ਦੇ ਵਾਸਤੇ ਇਵੇਂ ਨੇ ਜਿਵੇਂ ਸਾਧ ਸੰਗਤ ਜੀ ਇਹ ਅੱਗ ਲੱਗਦੀ ਹੋਵੇ ਸਭ ਕੁਝ ਵਸਤਰ ਪਹਿਨਦੇ ਆ। ਕਿਉਂਕਿ ਪੁੱਤਰ ਤੋਂ ਬਿਨਾਂ ਘਰ ਸਖਣਾ ਹੈ, ਗੋਦ ਸਖਣੀ ਹੈ, ਅੰਦਰ ਵੀ ਚੈਨ ਨਹੀਂ, ਅੱਖਾਂ ਵਿੱਚ ਵੀ ਸ਼ਾਂਤੀ ਨਹੀਂ ਹੈ। ਗੁਰ ਜਸ ਸੁਨਤ ਪ੍ਰਫੁੱਲਤ ਭਈ। ਜਦੋਂ ਗੁਰੂ ਦਾ ਜਸ ਸੁਣਿਆ ਹੈ ਨਾ, ਮਹਾਰਾਜ ਪੁੱਤਰਾਂ ਦੀਆਂ ਦਾਤਾਂ ਵੀ ਦੇ ਰਹੇ ਨੇ, ਬੜੀ ਖਿੜ ਗਈ ਉਸ ਵੇਲੇ ਰਾਣੀ। ਜਨ ਸੁਤ ਸਹਿਤ ਆਪ ਹੋਈ ਗਈ। ਮਾਨੋ ਕਿ ਗੋਦ ਵਿੱਚ ਪੁੱਤਰ ਹੀ ਬਹਿ ਗਿਆ, ਪੁੱਤਰ ਦੇ ਸਮੇਤ ਹੀ ਹੋ ਗਈ। ਆਸ ਵੱਜ ਗਈ, ਕਿਉਂਕਿ ਆਸ ਟੁੱਟੀ ਹੋਈ ਸੀ। ਨਿਰਾਸੰਗ ਆਸ ਪੂਰਨ ਹੈ। ਆਸ ਵੱਜ ਗਈ ਕਿ ਹੁਣ ਮੇਰੇ ਘਰ ਵਿੱਚ ਗੋਦ ਵਿੱਚ ਪੁੱਤਰ ਜ਼ਰੂਰ ਖੇਡੇਗਾ। ਜਿਵੇਂ ਮਹਾਰਾਜ ਵਰ ਦੇਣਗੇ ਇਸ ਰਾਜੇ ਰਾਣੀ ਨੂੰ, ਅੱਗੇ ਪ੍ਰਸੰਗ ਆਵੇਗਾ। ਸਮਾਂ ਸੰਪੂਰਨ ਹੈ। ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰ ਦੇਣੀ। ਮਹਾਰਾਜ ਸਾਹਿਬ ਦੀ ਹਾਜ਼ਰੀ ਥਾਂ ਪਾਵਨ, ਚੜ੍ਹਦੀਆਂ ਕਲਾ ਹੋਵਨ, ਬਿਘਨਾਂ ਦਾ ਹੋਵੇ ਨਾਸ, ਕਾਰਜ ਹੋਵਨ ਰਾਸ। ਨਾਮ ਦਾ ਰੰਗ, ਸਾਧ ਦਾ ਸੰਗ, ਨਿਸ਼ਚਾ ਹੋਵੇ ਅਪੰਗ। ਸਤਿਗੁਰੂ ਦਾ ਅੰਗ ਸਦੀਵੀ ਕਾਲ ਸਾਨੂੰ ਸਭਨਾਂ ਨੂੰ ਪ੍ਰਾਪਤ ਹੁੰਦਾ ਰਹੇ। ਤੇ ਨਵਾਂ ਸਾਲ ਪ੍ਰਾਰੰਭ ਹੋਇਆ ਮਹਾਰਾਜ ਚੜ੍ਹਦੀ ਕਲਾ ਦੇ ਨਾਲ। ਆਪਣੇ ਪ੍ਰੇਮ ਪ੍ਰੀਤ ਵਿੱਚ ਮਨ ਨੂੰ ਰੰਗ ਕੇ ਧਰਮ ਦੀ ਕਿਰਤ ਕਰਦਿਆਂ, ਧਰਮ ਨੂੰ ਨਿਭਾਉਂਦਿਆਂ, ਦ੍ਰਿੜਤਾ ਦੇ ਨਾਲ ਬਾਣੀ ਬਾਣੀ ਵਿੱਚ ਪਰਪੱਕਤਾ ਕਰਦਿਆਂ, ਸਤ ਸੰਗਤ ਕਰਦਿਆਂ ਇਹ ਸਮਾਂ ਜਿਹੜਾ ਸਾਡਾ ਸਫਲ ਬਣਾਉਣ। ਹਉ ਕਿਆ ਸਾਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ। ਗੁਰ ਜਸ ਸੁਨਤ ਪ੍ਰਫੁੱਲਤ ਭਈ। ਜਨ ਸੁਤ ਸਹਿਤ ਆਪ ਹੋਈ ਗਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰੂ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਵੇਕ। ਹੇ ਅਪਰੰਪਰ ਹਰ ਹਰੇ ਐ ਪੀ ਹੋਵਨ ਹਾਰ। ਹੇ
ਸੰਤਹਿ ਕੈ ਸਦਾ ਸੰਗ ਨਿਤਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੋਈਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੈ ਪਾਰ। ਜੋ ਸਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸੋ ਸਿੰਘ ਸੁਜਾਨ। ਸ੍ਰੀ ਨਾਨਕ ਗੁਰੂ ਗੋਬਿੰਦ ਸਿੰਘ ਸਦਾ ਕਰੈ ਕਲਿਆਣ। ਸ੍ਰੀ ਨਾਨਕ ਗੁਰੂ ਗੋਬਿੰਦ ਸਿੰਘ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।